Good morning, students. Welcome to all on the YouTube channel of Launchpad IAS, जिससे थोड़ी स्टैट ਦੀ ਸੀਰੀਜ਼ ਚੱਲ ਰਹੀ ਹੈ ਐਂਡ ਯੂ ਆਲ ਨੋ ਕਿ ਆਪਣੇ 10 ਤੋਂ 11 ਲੈਕਚਰਸ ਪਹਿਲਾਂ ਹੋ ਚੁੱਕੇ ਨੇ ਜਿਹਦੇ ਵਿੱਚ ਆਪਾਂ ਨੇ ਬਹੁਤ ਚੰਗੀ ਤਰੀਕੇ ਨਾਲ ਜਿਹੜਾ ਬੇਸਿਕ ਹੈ ਸਟੈਟਸ ਆ ਜਿਵੇਂ ਕਿ ਮੀਨ ਮੀਡੀਅਨ ਮੋਡ ਸਟੈਂਡਰਡ ਡੇਵੀਏਸ਼ਨ ਵੇਰੀਐਂਸ ਠੀਕ ਹੈ ਜੀ ਮੀਨ ਡੇਵੀਏਸ਼ਨ ਸਟੈਂਡਰਡ ਡੇਵੀਏਸ਼ਨ ਆਪਾਂ ਕਰ ਚੁੱਕੇ ਕਵਰ ਵੇਰੀਐਂਸ ਕੋਵੇਰੀਐਂਸ ਰਿਲੇਸ਼ਨ ਕੋਰਿਲੇਸ਼ਨ ਰੇਂਜ ਰੈਂਕ ਸਾਰਾ ਕੁਝ ਆਪਾਂ ਕਰ ਚੁੱਕੇ ਥੇ ਬਟ ਇੱਕ ਚੀਜ਼ ਮੈਨੂੰ ਨੋਟਿਸ ਹੋਈ ਜਦੋਂ ਅਸੀਂ ਵੀਡੀਓ ਸ਼ੂਟ ਕਰ ਰਹੇ ਹਾਂ ਕਿ ਆਪਣੇ ਜਿਹੜੇ ਕੁਐਸਚਨਸ ਨੇ ਉਹ ਤਿੰਨ ਤਰੀਕੇ ਨਾਲ ਪੇਪਰ ਚ ਆ ਰਹੇ ਨੇ ਉਸ ਤੋਂ ਤਿੰਨ ਤਰੀਕੇ ਕਿਹੜਾ ਤਰੀਕਾ ਅਗਰ ਆਪਾਂ ਬੈਸਟ ਕਹਾਂਗੇ ਤਾਂ ਸਭ ਤੋਂ ਪਹਿਲੀ ਚੀਜ਼ ਅਗਰ ਆਪਣੇ ਕੋਲ ਦੇਖੀਏ ਤਾਂ ਡਾਟਾ ਆਪਣੇ ਕੋਲ ਜਿਹੜਾ ਆ ਰਿਹਾ 2013 15 18 ਤੇ 20 ਤੁਸੀਂ ਐਗਜ਼ਾਮਸ ਦੇਖੋਗੇ ਤਾਂ ਤੁਹਾਡੇ ਕੋਲ ਮੋਸਟਲੀ ਕੁਐਸਚਨ ਮੀਨ ਮੀਡੀਅਨ ਮੋਡ ਦੀ ਕੈਲਕੂਲੇਸ਼ਨਸ ਤੇ ਆ ਰਹੇ ਨੇ ਠੀਕ ਹੈ ਪਰ ਇੱਕ ਕੁਐਸਚਨ ਉਹ ਡੈਫੀਨਿਟਲੀ ਪਿਛਲੇ ਲਗਾਤਾਰ 5 ਤੋਂ 6 ਐਗਜ਼ਾਮ ਅਗਰ ਤੁਸੀਂ ਆਬਜ਼ਰਵ ਕਰਦੇ ਹੋ ਤਾਂ ਮੀਨ ਮੀਡੀਅਨ ਮੋਡ ਤੇ ਦੇ ਰਹੇ ਨੇ ਦੈਨ ਉਸ ਤੋਂ ਬਾਅਦ ਜਿਹੜਾ ਨੈਕਸਟ ਕੁਐਸਚਨ ਉਹ ਦੇ ਰਹੇ ਨੇ ਨੈਕਸਟ ਕੁਐਸਚਨ ਦਿੰਦੇ ਨੇ ਗ੍ਰਾਫਿਕਲ ਵਿਊਜ਼ ਤੇ ਗ੍ਰਾਫਿਕਲ ਦੇ ਵਿੱਚ ਕਦੀ ਪਾਈ ਚਾਰਟ ਦੇ ਦੇਣਗੇ ਕਦੀ ਟੈਬੂਲਰ ਫਾਰਮ ਡਾਟਾ ਦੇ ਦੇਣਗੇ ਕਦੀ ਡਾਟਾ ਤੁਹਾਨੂੰ ਦਿੱਤਾ ਜਾਊਗਾ ਲਾਈਨ ਗ੍ਰਾਫ ਦੀ ਜਾਂ ਬਾਰ ਗ੍ਰਾਫ ਦੀ ਫਾਰਮ ਚ ਸੋ ਜਾਂ ਫਿਰ ਉਲਟਾ ਵੀ ਹੋ ਸਕਦਾ ਕਿ ਆਪਾਂ ਨੂੰ ਡਾਟਾ ਦੇ ਕੇ ਕਹਿ ਦੇਣ ਕਿ ਪਾਈ ਚਾਰਟ ਬਣਾਓ ਜਾਂ ਡਾਟਾ ਦੇ ਕੇ ਕਹਿ ਦੇਣ ਬਾਰ ਗ੍ਰਾਫ ਬਣਾਓ ਆਪਾਂ ਬਣਾ ਸਕਦੇ ਹਾਂ ਸੋ ਇੱਕ ਚੀਜ਼ ਹੈ ਜੋ ਹੁਣ ਤੱਕ ਆਪਣੀ ਪ੍ਰੈਪਰੇਸ਼ਨ ਜਰਨੀ ਚੱਲੀ ਹੈ ਇਹ YouTube ਦੇ ਚੈਨਲ ਦੇ ਉੱਪਰ ਲਾਂਚਪੈਡ ਵੱਲੋਂ ਇਹ ਤੁਹਾਡੀ ਫ੍ਰੀ ਆਫ ਕੋਸਟ ਕਲਾਸ ਚੱਲ ਰਹੇ ਨੇ ਐਜ਼ ਯੂ ਆਲ ਨੋ ਇਹਦੇ ਵਿੱਚ ਸਭ ਤੋਂ ਜ਼ਰੂਰੀ ਕੀ ਚੀਜ਼ ਰਹਿ ਗਈ ਥੀ ਉਹ ਹੈ ਗ੍ਰਾਫਿਕਲ ਡਾਟਾ ਦੀ ਰਿਪ੍ਰੈਜ਼ੈਂਟੇਸ਼ਨ ਸੋ ਅੱਜ ਆਪਣੀ ਜਿਹੜੀ ਸਭ ਤੋਂ ਇੰਪੋਰਟੈਂਟ ਕਲਾਸ ਹੈ ਉਹ ਦੋ ਚੀਜ਼ਾਂ ਨੂੰ ਕਵਰ ਕਰੇਗੀ ਪਹਿਲਾ ਤਾਂ ਜਿਹਨੇ PYQ ਆਏ ਨੇ ਉਹਨਾਂ ਨੂੰ ਕਵਰ ਕਰੇਗੀ ਦੂਜੀ ਚੀਜ਼ ਕਵਰ ਕਰੇਗੀ ਕਿ ਜਿਹੜਾ ਅਗਰ ਆਪਾਂ ਗੱਲ ਕਰੀਏ ਗ੍ਰਾਫਿਕਲ ਡਾਟਾ ਹੈ ਉਹਨੂੰ ਕਿਵੇਂ ਸੋਲਵ ਕਰਨਾ ਹੈ ਉਹਦੇ ਵਿੱਚ ਉਹੀ ਮੀਨ ਕੱਢਣਾ ਹੈ ਮੀਡੀਅਨ ਕੱਢਣਾ ਹੈ ਵੇਰੀਅੰਸ ਕੱਢਣਾ ਹੈ ਕੋਵੇਰੀਅੰਸ ਕੱਢਣਾ ਹੈ ਠੀਕ ਹੈ ਕੋਰਿਲੇਸ਼ਨ ਕੱਢਣਾ ਹੈ ਕੋਫੀਸ਼ੀਐਂਟ ਆਫ ਵੇਰੀਏਸ਼ਨ ਕੱਢਣਾ ਹੈ ਉਸ ਤਰ੍ਹਾਂ ਦੇ ਕੁਐਸਚਨ ਚੱਲेंगे ਸੋ ਉਹਨਾਂ ਕੁਐਸਚਨਸ ਨੂੰ ਆਪਾਂ ਬਹੁਤ ਚੰਗੀ ਤਰੀਕੇ ਨਾਲ ਆਬਜ਼ਰਵ ਕਰਾਂਗੇ ਔਰ ਦੇਖਾਂਗੇ ਕਿ ਕਿਆ ਉਹਨਾਂ ਕੁਐਸਚਨਸ 'ਚ ਉਹਨਾਂ ਨੇ ਪ੍ਰੀਵੀਅਸਲੀ ਦਿੱਤਾ ਹੋਇਆ ਹੈ ਸੋ ਅੱਜ ਦੀ ਸਪੈਸ਼ਲ ਕਲਾਸ ਹੈ ਕਿਸ ਚੀਜ਼ ਤੇ ਹੈ ਐਸ ਵੀ ਆਲ ਨੋ ਸਪੈਸ਼ਲ ਕਲਾਸ ਹੈ PYQ ਤੇ ਵੀ ਪੰਜਾਬ ਸਟੈਟਸ ਦੀ ਤੁਸੀਂ ਤਿਆਰੀ ਕਰ ਰਹੇ ਹੋ ਸਭ ਨੂੰ ਪਤਾ ਹੈ ਸਟੈਟਿਸਟਿਕ ਇੱਕ ਇੰਪੋਰਟੈਂਟ ਪੋਰਸ਼ਨ ਹੈ GS 3 ਦੇ ਵਿੱਚ ਔਰ ਸਭ ਦੇ ਕੋਲ ਡੇਸ਼ੀਟ ਆਲਰੇਡੀ ਹੈ ਇਸ ਟਾਈਮ ਤੇ ਸਭ ਦੇ ਕੋਲ ਇੱਕ ਪਲਾਨ ਹੈ ਇੱਕ ਸਟ੍ਰੈਟਜੀ ਹੈ ਔਰ ਸਾਰੇ ਤੁਸੀਂ ਬਹੁਤ ਮਿਹਨਤ ਵੀ ਕਰ ਰਹੇ ਹੋਵੋਗੇ ਉਸ ਚੀਜ਼ ਤੇ ਬਟ ਸਟਿਲ ਉਹ ਮਿਹਨਤ ਤਾਂ ਸਕਸੈਸਫੁਲ ਹੋਊਗੀ ਅਗਰ ਉਹ ਮਿਹਨਤ ਸਾਰੇ ਸੈਕਟਰਸ 'ਚ ਹੁੰਦੀ ਹੈ ਮਤਲਬ ਨਾਟ ਓਨਲੀ ਇਨ ਦਾ GS ਪੋਰਸ਼ਨ ਜਿਹਦੇ ਵਿੱਚ ਆਪਾਂ ਹਿਸਟਰੀ ਪੋਲਿਟੀ ਕਰਦੇ ਆ ਬਟ ਆਲਸੋ ਸਟੈਟਸ ਇਜ਼ ਅ ਵੈਰੀ ਇੰਪੋਰਟੈਂਟ ਪਾਰਟ ਐਜ਼ ਵੀ ਆਲ ਨੋ 3 to 4 ਕੁਐਸਚਨਸ GS 3 ਦੇ ਵਿੱਚ ਆਣੇ ਹੈ ਜਿਹਦੇ ਵਿੱਚ ਸਟੈਟ ਸਭ ਤੋਂ ਮੇਜਰ ਰੋਲ ਪਲੇ ਕਰਦਾ ਔਰ ਇਹ 40 ਤੋਂ 50 ਮਾਰਕਸ ਦਾ ਪੇਪਰ ਆਣਾ ਹੈ ਤਾਂ 40 ਤੋਂ 50 ਮਾਰਕਸ ਆਪਾਂ ਕਿਵੇਂ ਲੈ ਸਕਦੇ ਹਾਂ ਉਹਦੇ ਲਈ ਸਭ ਤੋਂ ਪਹਿਲਾਂ ਤੁਹਾਡੀ ਸਟ੍ਰੈਟਜੀ ਕੀ ਹੈ ਸਟ੍ਰੈਟਜੀ ਹੋਣੀ ਚਾਹੀਦੀ ਹੈ ਕਿ ਤੁਹਾਡੀ ਕੈਲਕੂਲੇਸ਼ਨਸ ਬਹੁਤ ਅੱਛੀਆਂ ਹੋਣੀ ਚਾਹੀਦੀਆਂ ਨੇ ਔਰ ਕੈਲਕੂਲੇਸ਼ਨ ਇੰਨੀ ਕੁ ਅੱਛੀ ਕਰ ਲਓ ਕਿ ਉੱਥੇ ਤੁਹਾਨੂੰ ਕਿਉਂਕਿ ਕੈਲਕੂਲੇਟਰ ਤਾਂ ਅਲਾਉਡ ਨਹੀਂ ਹੈ ਇੰਨੀ ਅੱਛੀ ਕਰ ਲਓ ਤਾਂ ਕਿ ਤੁਸੀਂ ਡੈਸੀਮਲਸ ਤੱਕ ਕਰ ਸਕੋ ਔਰ ਉਹਦੇ ਲਈ ਤੁਹਾਨੂੰ ਕੀ ਆਉਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਮੀਨ ਆਉਣਾ ਚਾਹੀਦਾ ਹੈ ਦੈਨ ਮੀਡੀਅਨ then mode then variance standard deviation mean deviation ਇਹ ਬੇਸਿਕ 6 ਫੈਕਟਰਸ ਨੇ ਜਿਹਦੇ ਉੱਪਰ ਆਲਰੇਡੀ ਸਾਡੇ YouTube ਚੈਨਲ ਦੇ ਉੱਪਰ ਵੀਡੀਓਜ਼ ਪਈਆਂ ਨੇ ਐਂਡ ਯੂ ਕੈਨ ਕਲੀਅਰਲੀ ਸੀ ਕਿ ਉਹ ਵੀਡੀਓਜ਼ ਦੇ ਵਿੱਚ ਬਹੁਤ ਆਰਾਮ ਨਾਲ ਤੁਹਾਨੂੰ ਕੱਲਾ ਕੱਲਾ ਮੈਥਡ ਕੱਲੀ ਕੱਲੀ ਸੀਰੀਜ਼ ਨਾਲ ਸਮਝਾਇਆ ਗਿਆ ਲਾਈਕ ਇੰਡੀਵਿਜੂਅਲ ਸੀਰੀਜ਼ ਹੈ ਤੇ ਇੰਡੀਵਿਜੂਅਲ ਸੀਰੀਜ਼ ਨਾਲ ਸਮਝਾਇਆ ਗਿਆ ਗਰੁੱਪ ਡਾਟਾ ਹੈ ਗਰੁੱਪ ਡਾਟਾ ਨਾਲ ਸਮਝਾਇਆ ਗਿਆ ਅਨਗਰੁੱਪ ਡਾਟਾ ਹੈ ਅਨਗਰੁੱਪ ਡਾਟਾ ਨਾਲ ਸਮਝਾਇਆ ਗਿਆ ਮਤਲਬ ਅਗਰ ਤੁਸੀਂ ਪਹਿਲੀ ਵਾਰ ਲਾਂਚਪੈਡ ਆਈਏਐਸ ਦੇ YouTube ਚੈਨਲ ਤੇ ਆਏ ਹੋ ਆਈ ਰਿਕੁਐਸਟ ਯੂ ਆਲ ਕਿ ਤੁਸੀਂ ਫਸਟ ਆਫ ਆਲ ਜਿਹੜੀ ਸਾਡੀ ਇਸ ਤੋਂ ਪਹਿਲਾਂ 10 ਤੋਂ 11 ਕਲਾਸਿਸ ਹੋ ਚੁੱਕੀਆਂ ਨੇ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਦੇਖੋ ਉੱਥੇ ਪ੍ਰੈਕਟਿਸ ਕਰੋ ਆਪਣੀ ਐਂਡ ਵੀ ਆਰ ਅਸ਼ੋਰਿੰਗ ਯੂ ਕਿ ਤੁਹਾਨੂੰ ਇਸ ਤੋਂ ਇਲਾਵਾ ਕਿਸੇ ਹੋਰ ਸੋਰਸ ਨੂੰ ਫੋਲੋ ਨਹੀਂ ਕਰਨਾ ਪਏਗਾ ਠੀਕ ਹੈ ਜੀ ਅਗਰ ਤੁਸੀਂ ਲਾਂਚਪੈਡ ਆਈਏਐਸ ਦੇ ਚੈਨਲ ਤੇ ਜਿੰਨੀ ਵੀ ਵੀਡੀਓਜ਼ ਪਈਆਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਆਬਜ਼ਰਵ ਕਰਦੇ ਹੋ ਤਾਂ ਆਈ ਡੋਂਟ ਥਿੰਕ ਕਿ ਤੁਹਾਨੂੰ ਕੋਈ ਹੋਰ ਵੀਡੀਓਜ਼ ਦੇਖਣ ਦੀ ਲੋੜ ਪਏਗੀ ਠੀਕ ਹੈ ਜਾਂ ਕੋਈ ਹੋਰ ਸੋਰਸ ਨੂੰ ਫੋਲੋ ਕਰਨਾ ਪਏਗਾ ਕਿਉਂਕਿ ਹਰ ਇੱਕ ਵੀਡੀਓ 'ਚ ਇੱਕ ਟੌਪਿਕ ਦੇ ਉੱਪਰ ਬਹੁਤ ਅੱਛੀ ਤਰ੍ਹਾਂ ਫੋਕਸ ਕੀਤਾ ਹੈ ਜਿਵੇਂ ਪਹਿਲੀ ਵੀਡੀਓ ਖੋਲਦੇ ਹੋ ਤਾਂ ਤੁਹਾਨੂੰ ਮੀਨ ਮੀਡੀਅਨ ਤੇ ਬਹੁਤ ਫੋਕਸ ਮਿਲੂਗਾ ਉਹ 'ਚ ਇੰਡੀਵਿਜੂਅਲ ਸੀਰੀਜ਼ ਕਿਵੇਂ ਕਰਨੀ ਹੈ ਦੈਨ ਦੂਜੀ ਵੀਡੀਓ 'ਚ ਤੁਹਾਨੂੰ ਮੋਡ ਦੇ ਉੱਪਰ ਦੇਖ ਰਹੇਗਾ ਠੀਕ ਹੈ ਦੈਨ ਤੀਜੀ ਵੀਡੀਓ ਤੁਸੀਂ ਵੇਰੀਏਸ਼ਨ ਦੇ ਉੱਪਰ ਜਾਓਗੇ ਵੇਰੀਐਂਸ ਦੇਖੋਗੇ ਕੀ ਹੁੰਦੀ ਹੈ ਵੇਰੀਐਂਸ ਕਿਵੇਂ ਕੱਢਦੇ ਆ ਠੀਕ ਹੈ ਫਿਰ ਸਟੈਂਡਰਡ ਡੇਵੀਏਸ਼ਨ ਦੇ ਉੱਪਰ ਹੈ ਫਿਰ ਮੀਨ ਡੇਵੀਏਸ਼ਨ ਦੇ ਉੱਪਰ ਵੀਡੀਓ ਹੈ ਕੋਰਿਲੇਸ਼ਨ ਤੇ ਹੈ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਤੇ ਹੈ ਕੋਵੇਰੀਐਂਸ ਤੇ ਵੀਡੀਓ ਹੈ ਰਿਗਰੈਸ਼ਨ ਤੇ ਹੈ ਰਿਗਰੈਸ਼ਨ ਕਰਵ ਦੇ ਉੱਪਰ ਵੀਡੀਓ ਹੈ ਜੋ ਮਤਲਬ ਟੌਪਿਕ ਆਪਾਂ ਨੂੰ ਚਾਹੀਦੇ ਨੇ ਉਹ ਸਾਰਾ ਕੁਝ ਲਾਂਚਪੈਡ ਆਈਐਸ ਦੀ ਟੀਮ ਨੇ ਤੁਹਾਡੇ ਲਈ ਆਲਰੇਡੀ ਹੀ ਪ੍ਰੋਵਾਈਡ ਕੀਤਾ ਹੋਇਆ ਹੈ ਤੇ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਜਾ ਰਹੀ ਹੈ ਔਰ ਜਿਹੜੀ ਤੁਹਾਡੀ ਜਰਨੀ ਹੈ ਆਫਿਸਰ ਬਣਨ ਦੀ ਉਹਦੇ ਵਿੱਚ ਇੱਕ ਬਹੁਤ ਅੱਛਾ ਰੋਲ ਪਲੇ ਕਰੇਗੀ ਐਂਡ ਲਾਂਚਪੈਡ ਦੀ ਪੂਰੀ ਟੀਮ ਇਸੇ ਚੀਜ਼ ਤੇ ਕੰਮ ਕਰ ਰਹੀ ਹੈ ਕਿ ਤੁਹਾਨੂੰ ਇੱਕ ਬਹੁਤ ਅੱਛਾ ਪਲੇਟਫਾਰਮ ਇੱਥੇ ਮਿਲੇ ਔਰ ਤੁਸੀਂ ਆਪਣੀ ਬੈਸਟ ਪ੍ਰੈਪਰੇਸ਼ਨ ਕਰ ਸਕੋ ਉਸੇ ਤਿਆਰੀ ਦਾ ਅੱਜ ਇੱਕ ਅਗਲਾ ਚਰਨ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਚ ਆਪਾਂ PYQ ਦੇਖਾਂਗੇ ਔਰ ਇਹ ਦੇਖਾਂਗੇ ਕਿ ਗ੍ਰਾਫਿਕਲ ਕੁਐਸਚਨ ਕਿਵੇਂ ਸੋਲਵ ਕਰਦੇ हैं ठीक है दोस्तों तो आज स्टार्ट करते हैं सो ਅੱਜ ਦਾ ਲੈਕਚਰ ਸ਼ੁਰੂ ਹੋਏਗਾ ਪੰਜਾਬ ਜਿਹੜਾ PCS ਮੇਨ ਦੇ ਸਟੈਟਿਸਟਿਕਸ ਪੋਰਸ਼ਨ ਦਾ ਹੈ ਜਿਹਦੇ ਆਪਾਂ ਸਪੈਸ਼ਲੀ ਕਵਰ ਕਰਾਂਗੇ PYQ ਸੋ ਉਸ ਸੀਰੀਜ਼ ਦਾ ਅਗਰ ਆਪਾਂ ਪਹਿਲਾ ਕੁਐਸਚਨ ਦੇਖਦੇ ਹਾਂ ਪਹਿਲਾ ਕੁਐਸਚਨ ਕੀ ਹੈ ठीक है पहला क्वेश्चन अगर आप ध्यान ਨਾਲ देखिए ਤਾਂ स्टैटिस्टिक्स है सॉरी क्लास स्टैट्स है तो पहला क्वेश्चन है बेस्ड ऑन द गिवन डेटा आंसर द फॉलोइंग क्वेश्चन ठीक है आप ਕੀ ਆਨਸਰ ਕਰਨਾ ਹੈ ਪਹਿਲਾਂ ਆਪਾਂ ਦਿੱਤਾ ਹੋਇਆ ਹੈ ਐਵਰੇਜ ਇਨਕਮ ਦਿੱਤੀ ਹੋਈ ਹੈ ਐਵਰੇਜ ਕਹਿ ਲਓ ਜਾਂ ਮੀਨ ਕਹਿ ਲਓ ਇੱਕੋ ਗੱਲ ਹੈ ਸੋ x1 ਬਾਰ ਦਿੱਤਾ ਹੋਇਆ ਹੈ ਠੀਕ ਹੈ
ਮੀਨ ਦਿੱਤਾ ਹੋਇਆ ਵਿਲੇਜ x ਦਾ, ਮੀਨ ਦਿੱਤਾ ਹੋਇਆ ਵਿਲੇਜ y ਦਾ। ਇਹਦਾ ਸਟੈਂਡਰਡ ਡੇਵੀਏਸ਼ਨ ਦਿੱਤੀ ਹੋਈ ਹੈ ਜਿਹਨੂੰ ਆਪਾਂ ਸਿਗਮਾ ਨਾਲ ਲਿਖਦੇ ਹਾਂ, x ਦੀ ਤੇ y ਦੀ, ਤੇ ਨੰਬਰ ਆਫ EMPLOYEES ਦਿੱਤੇ ਗਏ ਆ which is n1 and n2। ਸੋ ਇਸ ਤਰੀਕੇ ਨਾਲ ਆਪਣੇ ਕੋਲ ਡਾਟਾ ਦਿੱਤਾ ਹੋਇਆ, ਮਤਲਬ ਵਾਟ ਆਪਾਂ ਨੂੰ ਇੱਕ ਗ੍ਰਾਫਿਕਲ ਫਾਰਮ ਦੇ ਵਿੱਚ ਡਾਟਾ ਕਹੀਏ, ਟੇਬਲਰ ਫਾਰਮ ਹੈ ਇਹ ਗ੍ਰਾਫ ਦੀ ਕਈ ਫਾਰਮਸ ਹੁੰਦੀਆਂ ਨੇ, ਟੇਬਲਰ ਫਾਰਮ ਹੋ ਗਈ, ਪਾਈ ਚਾਰਟ ਹੋ ਗਿਆ, ਲਾਈਨ ਚਾਰਟ ਹੋ ਗਿਆ, ਬਾਰ ਗ੍ਰਾਫ ਹੋ ਗਿਆ। ਸੋ ਇਹ ਇੱਕ ਟੇਬਲਰ ਫਾਰਮ ਡਾਟਾ ਦਿੱਤਾ ਗਿਆ, ਇਹਦੇ ਵਿੱਚ ਕਰਨਾ ਕੀ ਆਪਾਂ ਨੇ, ਕਹਿੰਦਾ ਇਨ ਵਿਚ ਵਿਲੇਜ वेरिएशन इनकम ग्रेटर है। ठीक है, वेरिएशन ज्यादा दसनी है, मतलब वेरिएशन ऑफ इनकम ग्रेटर है। कितने भी अपन वेरिएशन दस सकते हैं, अपने को दो इंडिविजुअल सीरीज हो सकती है, एक एक्स सीरीज हो सकती है, एक वाई सीरीज हो सकती है, उस चापा ने की दसनी है वेरिएशन। ਹੁਣ ਨਾਓ ਆਪਾਂ ਵੇਰੀਏਸ਼ਨ ਦੱਸਣੀ ਹੈ, ਤਾਂ ਵੇਰੀਏਸ਼ਨ ਕਿਸ ਚੀਜ਼ ਦੀ ਦੇਖ ਰਹੇ ਆਪਾਂ ਉਹਦੇ ਵੇਰੀਏਸ਼ਨਸ ਦੇਖ ਰਹੇ ਹਾਂ ਇਨਕਮ ਦੀ। ਠੀਕ ਹੈ, ਤਾਂ ਕਿਵੇਂ ਕੈਲਕੂਲੇਟ ਕਰਦੇ ਆ, ਉਹਦੇ ਲਈ ਆਪਣੇ ਕੋਲ ਇੱਕ ਤਰੀਕਾ ਹੁੰਦਾ ਹੈ। ਆਪਾਂ ਦੇਖਾਂਗੇ ਪਹਿਲਾਂ ਆਪਣੇ ਕੋਲ n1 ਕਿੰਨਾ ਹੈ ਜੋ ਕਿ 600 ਹੈ, n2 ਕਿੰਨਾ ਹੈ ਜੋ ਕਿ 500 ਹੈ, ਐਜ਼ ਇਟ ਇਜ਼ गिवन इन द ग्राफ। देखो बस n1 ਦਿੱਤਾ ਗਿਆ, n2 ਦਿੱਤਾ ਗਿਆ। ਠੀਕ ਹੈ ਜੀ, n1 ਦਿੱਤਾ ਗਿਆ, n2 ਦਿੱਤਾ ਗਿਆ। ਦੈਨ ਆਪਾਂ ਨੂੰ ਕੀ ਚਾਹੀਦਾ ਹੈ, सिग्मा 1 ਆਪਾਂ ਲਿਖ ਲੈਂਗੇ। n1 था 600, n2 था अगर अपने को ਆਪਾਂ ਗੱਲ ਕਰੀਏ 500। सिग्मा 1 स्टैंडर्ड डेविएशन ਦਿੱਤੀ ਗਈ ਹੈ ਆਪਾਂ ਨੂੰ 100, ਤੇ स्टैंडर्ड डेविएशन ਆਪਾਂ ਨੂੰ ਦਿੱਤੀ ਗਈ ਹੈ, ਆਪਾਂ ਧਿਆਨ ਨਾਲ ਦੇਖੀਏ 81। ठीक है 81। ठीक है, सो अपने को दो डाटा देते हैं कोई क्लास, प्लीज ध्यान देखो, n1 है, n2 है। ठीक है जी, सिग्मा 1 ਦਿੱਤਾ ਹੋਇਆ 100, सिग्मा 2 अपने को ਦਿੱਤਾ ਹੋਇਆ 81। ठीक है जी, ਆਪਾਂ ਦੱਸਣਾ ਕੀ ਹੈ, ਆਪਾਂ ਦੱਸਣੀ ਹੈ, और मीन 1 ਦਿੱਤਾ ਗਿਆ ਆਪਣੇ ਕੋਲ 1750, और मीन 2 अपने को ਦਿੱਤਾ ਗਿਆ 1860। ਆਪਾਂ ਦੱਸਣੇ ਕਿ ਜ਼ਿਆਦਾ ਵੇਰੀਏਸ਼ਨ ਜ਼ਿਆਦਾ ਹੈ, ਤਾਂ ਵੇਰੀਏਸ਼ਨ ਦੱਸਣ ਦਾ ਤਰੀਕਾ ਹੁੰਦਾ ਹੈ, ਉੱਥੇ ਆਪਾਂ ਕੋਫੀਸ਼ੀਐਂਟ ਵੇਰੀਏਸ਼ਨ ਕੱਢਦੇ ਹਾਂ ਜਿਹਦਾ ਫਾਰਮੂਲਾ ਹੁੰਦਾ ਹੈ स्टैंडर्ड डेविएशन डिवाइड बाय मीन इनटू 100। सो अपने को पहली वैल्यू कितनी है स्टैंडर्ड डेविएशन दी, सिग्मा 1 है अपने को 100 डिवाइड बाय 1750 इनटू 100। अगर आप 0 और 0 कैंसिल कर लेने हैं तो ये आ जाएगा 1000 बाय 175 विच इज अप्रोक्सीमेटली 5.31%। बाकी को चेक कर लियो। इस तरह ही कोफिशिएंट वेरिएशन आप y का देखेंगे, उत्थे आएगा सिग्मा 2 डिवाइड बाय y वाला, ठीक है, इनटू 100 which is 81 डिवाइड बाय 1860 इनटू 100। 0 और 0 कैंसिल हो जाएगी, इट अप्रोक्सीमेटली 4.3 समथिंग आ रहा है, चेक कर लेना प्लीज एक बारी। ठीक है, एग्जैक्ट ओनली। नाउ ऑब्वियस गल है, एज वी ऑल सी कि सर जी सब तो ज्यादा वेरिएशन है किस दी है, x दी है। सो कोफिशिएंट ने पूछा कि ज्यादा वेरिएशन है x या y दी, तो आप सिंपल कह देंगे x। सो दिस इज अ फॉर्मेट दैट यू हैव क्रिएटेड इन योर एग्जाम। सो इस तरीके ਨਾਲ ਆਪਾਂ ਚੱਲ ਸਕਦੇ ਹਾਂ। इन शॉर्ट अगर आप देखिए आप वेरिएशन दसनी है, सो होपफुली समझ समझ आई होगी। हाँ जी, ऑफलाइन स्टूडेंट कोई डाउट है बेटा प्लीज देख सकते हो, ऑनलाइन किसी ने डाउट है तो देख सकते हो, कोई दिक्कत नहीं है। सिंपल अपने को की था, एक डाटा था विलेज एक्स वास्ते, एक डाटा था विलेज वाई वास्ते, उन्होंने पूछी थी वेरिएशन, तो इस तरीके ना तुसी वेरिएशन दस सकते हो। ओके, प्लीज नोट डाउन कर लो, कोई डाउट है फिर आप आगे चलो। हाँ जी, प्लीज नोट कर लो क्विकली, कोई डाउट है देखते हैं। क्लास नोट करो क्विकली फिर आगे चलो। ठीक है जी, सबने नोट कर लिया होगा प्लीज, है ना। नेक्स्ट, सो अगला आपने तो की पूछा, अगले नेक्स्ट आपने तो पूछा है व्हाट इज द कंबाइंड स्टैंडर्ड डेविएशन, ठीक है, ऑफ द विलेज एक्स एंड विलेज वाई। ਹੁਣ ਬੇਟਾ ਆਪਾਂ ਨੇ ਕੰਬਾਈਨਡ ਦੱਸਣੀ ਹੈ, ਜਦੋਂ ਕੰਬਾਈਨਡ ਦੱਸਣੀ ਹੁੰਦੀ ਇੱਕ ਫਾਰਮੂਲਾ ਹੁੰਦਾ ਹੈ, ਲੈਟ ਮੀ ਨੋ ਯੂ ਗਾਇਸ। ਕੰਬਾਈਨਡ ਦਾ ਇੱਕ ਵਾਰ ਵੈਲਿਊ ਧਿਆਨ ਰੱਖ ਲਓ, ਹੈ ਨਾ। ਆਪਣੇ ਕੋਲ ਮੀਨ 1 ਦਿੱਤਾ ਹੋਇਆ, ਮੀਨ 2 ਦਿੱਤਾ ਹੋਇਆ ਹੈ, सिग्मा 1 सिग्मा 2 n1 n2 ਦਿੱਤਾ ਹੋਇਆ ਆਲਰੇਡੀ ਸਾਰਾ ਕੁਝ। ਠੀਕ ਹੈ, ਕੰਬਾਈਨਡ ਜਿਹੜਾ ਸਟੈਂਡਰਡ ਡੇਵੀਏਸ਼ਨ ਹੈ, ਸਟੈਂਡਰਡ ਡੇਵੀਏਸ਼ਨ ਆਪਾਂ ਲਿਖਦੇ ਆ सिग्मा ਦੇ ਨਾਲ। ਕੰਬਾਈਨਡ ਦਾ ਫਾਰਮੂਲਾ ਯਾਦ ਰੱਖਣਾ, ਤਾਂ ਥੋੜਾ ਜਿਹਾ ਫਾਰਮੂਲਾ ਇਹਦਾ लेंथी है बट कोई गल नहीं, याद रहेगा अपन n1। ठीक है जी क्लास, n1 जस्ट सेकंड सिग्मा 1 दा स्क्वायर प्लस कंबाइंड मीन दा स्क्वायर प्लस n2 सॉरी d1 दा स्क्वायर। ठीक है,
प्लस n2 सिग्मा 2 द स्क्वायर प्लस d2 द स्क्वायर डिवाइड बाय n1 प्लस n2। सो दिस इज द फॉर्मूला फॉर कंबाइंड मीन। ठीक है जी। नाउ n1 ऑलरेडी अपने को है कितना 600 ਦਿੱਤਾ ਹੋਇਆ ਹੈ, n2 ऑलरेडी अपने को है कितना 500 ਦਿੱਤਾ ਗਿਆ है, सिग्मा 1 ऑलरेडी अपने को है कितना 100 ਦਿੱਤਾ ਗਿਆ है, सिग्मा 2 अपने को ऑलरेडी है 81। ठीक है सर, सब कुछ तो है, बट अपने को क्या नहीं है सर d1 और d2। हाउ टू कैलकुलेट d1? का फॉर्मूला है बेटा x1 माइनस कंबाइंड मीन x2 माइनस कंबाइंड मीन। होपफुली समझ आ जाएगा। सो अल्टीमेटली कंबाइंड मीन करना पड़ेगा हम। कंबाइंड मीन का फॉर्मूला है n1 x1 n2 x2 डिवाइड बाय n1 प्लस n1 प्लस n2। सारा कुछ है अपने को बेटा इतने। अपने को n1 कितना 600, x1 कितना x1 लिखता है बेटा पिछले डाटा तो देख सकते हो, x1 लिखता होया 1750 और x2 लिखता होया 1860। सो n1 1750, ठीक है जी, प्लस n2 500 इंटू 1860 डिवाइड बाय 600 प्लस 5। होपफुली समझ आ जाएगा। तो तुम काट लोगे x1 कंबाइंड मीन जो कि अप्रोक्सीमेटली 1800 आ रहा है, प्लीज चेक कर लो। सो x1 अपने को देता है 1750 माइनस 1800 विच इज माइनस 50, और ये हो जाएगा 1860 माइनस 1800 विच इज 60। 50 है वैल्यू, ठीक है जी, माइनस 50 वैल्यू है 60। सो अपने को सारी वैल्यूज आ चुकी हैं। ਹੁਣ ਕਿਹੜੀ ਕਿਹੜੀ ਵੈਲਿਊ ਆ ਗਈ ਹੈ ਆਪਣੇ ਕੋਲ? ਜਿਹੜੀ ਵੈਲਿਊਜ਼ ਆਈਆਂ ਨੇ n1 ਠੀਕ ਹੈ ਸਰ ਹੈਗਾ ਆਪਣੇ ਕੋਲ ਓਕੇ, सिग्मा 1 हैगा अपने को, d1 हैगा अपने को -50, n2 हैगा अपने को 500, सिग्मा 2 81, n1 600, n2 500। सारी वैल्यूज हैगे ने, जस्ट फिल करो। ठीक है, इसे जस्ट फिल करो, कैलकुलेशन करोगे अप्रोक्सीमेटली 106.96 आंसर आ रहा है विच यू कैन टेक एज 107। सो इस तरीके नाल ਆਪਾਂ स्टैंडर्ड डेविएशन कर सकते हैं कंबाइंड फॉर्म। सो होपफुली समझ में आएगा। मेरे हिसाब ਨਾਲ बहुत ਵਧੀਆ तरीके ਨਾਲ समझ आ गया होगा। बहुत इजी चीज है। करना की था, वी हैव टू कैलकुलेट कंबाइंड मीन। जिसका तरीका की है फॉर्मूला याद रखो बस एक। ठीक है, ਇਹਦੇ ਆਪਣੇ ਕੋਲ ਆਲਰੇਡੀ n1 ਨੰਬਰ ਆਫ ਵਿਲੇਜਰਸ ਦਿੱਤੇ ਹੋਏ ਨੇ x ਦੇ, ਸਿਗਮਾ ਦਿੱਤਾ ਹੋਇਆ ਉਹਨਾਂ ਦਾ ਸਟੈਂਡਰਡ ਡੇਵੀਏਸ਼ਨ। ਆਪਾਂ ਨੂੰ ਜਸ ਇੱਕ d1 ਪਤਾ ਕਰਨਾ था, और d1 ਦਾ ਫਾਰਮੂਲਾ ਹੁੰਦਾ ਹੈ ਕੰਬਾਈਨਡ ਮੀਨ ਮਾਈਨਸ ਕਰਨਾ ਹੁੰਦਾ ਮੀਨ ਚੋਂ, ਐਵੇਂ d2 ਦਾ ਫਾਰਮੂਲਾ ਹੁੰਦਾ ਕੰਬਾਈਨਡ ਮੀਨ ਮਾਈਨਸ ਕਰਨਾ ਹੁੰਦਾ x2 ਚੋਂ। ਸੋ ਵੀ ਵਿਲ ਹੈਵ d1, ਵੀ ਵਿਲ ਹੈਵ d2, जस्ट और पुट कराएंगे एंड वी विल गेट द राइट आंसर। सो होपफुली सब ने बहुत अच्छे से समझा गया होगा। प्लीज नोट कर लो, फिर आप आगे चलते हैं। ये डाटा एक बार कर लो नोट, कोई डाउट है तो पूछ लियो प्लीज, एक मिनट नोट करो। कोई डाउट है तो प्लीज वेरी पूछ लियो। हो गया नोट सबका? चलिए आगे। कोई डाउट तो नहीं है किसी ने? कोई क्वेरी कुछ हो अभी तक? अच्छे से समझा रहा होगा क्लास सारे में मेरे ख्याल में। राइट, गुड। सो इन दिस वे यू कैन कैलकुलेट स्टैंडर्ड डेविएशन। ठीक है, कंबाइंड फॉर्म में। सो इन शॉर्ट अगर आप गल करते हैं, अपने को क्वेश्चन था 2020 के पेपर क्वेश्चन आया हुआ है कि पूछा था वेरिएशन ऑफ इनकम पूछी थी, देन कंबाइंड स्टैंडर्ड डेविएशन पूछी थी। वेरिएशन वास्ते आप कोएफिशिएंट वेरिएशन यूज करांगे, कंबाइंड स्टैंडर्ड वास्ते आप सिग्मा सी यूज करांगे। दोनों के फार्मूला ਤੁਹਾਨੂੰ गिवन ऑलरेडी प्रोवाइड कराते मैंने। ਉਹ ਫਾਰਮੂਲੇਸ ਦੀ ਹੈਲਪ ਨਾਲ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਈਜ਼ੀਲੀ ਕਿ ਤੁਹਾਡੇ ਕੋਲ ਕਿਵੇਂ ਸਿਸਟਮ ਚੱਲਦਾ ਹੈ। ਹੋਪਫੁਲੀ ਡਨ ਹੋ ਗਿਆ ਪੱਕਾ? कोई डाउट तो नहीं है किसी को? चलिए नेक्स्ट है। गुड, आओ नेक्स्ट क्वेश्चन देखिए। हाँ जी क्लास समझ आ रहा है चंगी तरह? ओके, वेरी इंपॉर्टेंट क्वेश्चन। ग्राफिकल डाटा ਇਹਦੇ ਆਪਣੇ डाटा ਦਿੱਤਾ ਹੋਇਆ ਕਿਸ ਫਾਰਮ ਚ? ਆਪਣੇ ਕੋਲ डाटा ਪਾਈ ਚਾਰਟ ਦੀ ਫਾਰਮ ਚ ਹੈ ਤੇ डाटा ਆਪਣੇ ਕੋਲ ਫਾਰਮ ਚ ਹੈ ਕਿਸ ਦੀ? ਬਾਰ ਗ੍ਰਾਫ ਦੀ। ਆਪਣੇ ਕੋਲ ਕੁਝ ਪਾਈ ਚਾਰਟ ਦਿੱਤੇ ਹੋਏ ਨੇ ਇੱਥੇ। ਇੱਕ ਪਾਈ ਚਾਰਟ ਕਹਿੰਦੇ the following chart depicts the distribution of tourists to India from the various countries 2018, okay, along with their age distribution। टूरिस्ट इन इंडिया 2018। ठीक है जी, 2018 ਦੇ ਵਿੱਚ ਜਿਹੜੇ ਟੂਰਿਸਟ ਭਾਰਤ ਆਉਂਦੇ ਨੇ ਉਹਨਾਂ ਦਾ ਡਾਟਾ ਦਿੱਤਾ ਗਿਆ। ਜਿਵੇਂ ਕਿ ਕਹਿੰਦੇ
अगर आप ध्यान ਨਾਲ ਦੇਖੀਏ ਬਹੁਤ ਜ਼ਿਆਦਾ ਆਪਣੇ ਕੋਲ यूएस तो 28% ਹੀ ਲੋਕ ਆਏ, यूके तो 15%, चाइना तो 15%, यूरोपियन कंट्रीज तो 20%, अदर सोर्सेज तो 22% लोग आए। मतलब अपने ਕੋਲ डाटा डिस्ट्रीब्यूट ਕੀਤਾ ਗਿਆ ਹੈ ਨੰਬਰ ਆਫ ਵਿਜ਼ਿਟਰਸ ਦਾ ਜੋ ਕਿ ਡਿਫਰੈਂਟ ਕੰਟਰੀਜ਼ ਤੋਂ ਭਾਰਤ ਆਏ। ਠੀਕ ਹੈ, ਓਕੇ। ਕਦੋਂ ਆਏ? 2018 ਚ। ਉਹਦੇ ਉੱਪਰ ਏਜ ਗਰੁੱਪ ਦਿੱਤਾ ਗਿਆ ਵੀ 20 ਸਾਲ ਛੋਟੇ ਕਿੰਨੇ ਨੇ? 25%। 20 ਤੋਂ 30 ਦੇ ਵਿੱਚ ਕਿੰਨੇ ਨੇ? ਠੀਕ ਹੈ, 15%। 30 ਤੋਂ 40 15%। ਠੀਕ ਹੈ, 20 ਤੋਂ 40 ਤੋਂ 50 ਅਗਰ ਆਪਾਂ ਗੱਲ ਕਰੀਏ, ਇਹ 20 ਸਾਡੇ ਬੇਟਾ ਥੋੜਾ ਗ੍ਰਾਫਿਕਲ ਡਿਜ਼ਾਈਨ ਥੋੜਾ ਦਿੱਕਤ ਆ ਗਈ। 20 ਹੈ, ਇਹ ਅਗੇਨ 25 ਹੈ ਪੁੱਤ। ਠੀਕ ਹੈ, ਥੋੜਾ ਜਿਹਾ ਗ੍ਰਾਫ ਡਰਾ ਪੁੱਤ ਨਾ ਇੱਕ ਮਿੰਟ ਹਲਕਾ ਰਹਿ ਰਿਹਾ। ਇੱਥੇ 25 ਹੈ ਪੁੱਤ, 15 15 20 25। ਸੋ ਇਸ ਤਰੀਕੇ ਨਾਲ ਡਾਟਾ ਡਿਸਟ੍ਰੀਬਿਊਟ ਕੀਤਾ ਗਿਆ ਨੰਬਰ ਆਫ ਯੂਜ਼ਰਸ ਦਾ ਜਿਹੜੇ ਇੰਡੀਆ ਚ ਆਏ। ਠੀਕ ਹੈ, ਵਿਜ਼ਟਰ ਸੌਰੀ ਨਾਟ ਯੂਜ਼ਰ। ਠੀਕ ਹੈ, ਸੋ ਜੋ ਇੰਡੀਆ ਚ ਆਏ, ਸੋ ਉਸ ਦੇ ਅਕੋਰਡਿੰਗਲੀ ਅਗਰ ਆਪਾਂ ਦੇਖੀਏ ਨਾਓ क्वेश्चन ਕੀ ਪੁੱਛਿਆ ਗਿਆ 2020 ਦਾ ਪੇਪਰ ਦਾ ਕੁਐਸਚਨ ਹੈ ਪੁੱਤ ਇਹ ਤੁਹਾਡੇ ਤੋਂ 2020 ਦਾ ਪੇਪਰ ਹੋਇਆ था ਉਹਦੇ ਵਿੱਚ ਪੁੱਛਿਆ ਗਿਆ ਕੁਐਸਚਨ ਇਹ ਇਸ 'ਚ ਪੁੱਛਿਆ ਗਿਆ ਕਹਿੰਦਾ ਇਫ पर कैपिटा एक्सपेंडिचर ऑफ टूरिस्ट ऑफ यूएसए यूके चाइना वाज 6000 मतलब ਜਿਹੜਾ ਬੇਟਾ यूएस ਤੋਂ ਪਰਸਨ ਆਇਆ ਉਹਨੇ ਭਾਰਤ ਆ ਕੇ 6000 ਖਰਚੇ ਜਿਹੜਾ यूके ਤੋਂ ਆਇਆ ਪੁੱਤ ਉਹਨੇ 5000 ਖਰਚੇ ਜਿਹੜਾ ਚਾਈਨਾ ਤੋਂ ਆਇਆ ਉਹਨੇ 4000 ਖਰਚੇ ਐਂਡ 64 ਲੱਖ ਵਿਜ਼ਿਟਰ ਆਏ ਨੇ ਇੰਡੀਆ ਦੇ ਵਿੱਚ from these country। ठीक है जी, then what was the total spending of tourist of these countries? Very easy question। question ਪੁੱਛਿਆ ਕੀ ਗਿਆ ਕਹਿੰਦਾ ਮੰਨ ਲਓ 64 ਲੱਖ ਟੂਰਿਸਟ ਵੱਖ-ਵੱਖ ਕੰਟਰੀਆਂ ਤੋਂ ਜਿਹੜੀ ਦੱਸੀਆਂ ਗਈਆਂ ਯੂਐਸ ਯੂਕੇ ਚਾਈਨਾ ਤੋਂ ਭਾਰਤ ਚ ਆਏ ਉਹਨਾਂ ਕੰਟਰੀਜ਼ ਦੇ ਲੋਕਾਂ ਨੇ ਆ ਕੇ ਕੁਝ ਸਪੈਂਡਿੰਗ ਕੀਤੀ ਤੇ ਉਹ ਸਪੈਂਡਿੰਗ ਕਿੰਨੀ ਬਣ ਗਈ। ਠੀਕ ਹੈ ਜੀ, ਹੋਪਫੁਲੀ ਸਮਝ ਆ ਗਿਆ। ਪਲੀਜ਼ ਡਟ ਧਿਆਨ ਰੱਖ ਲਓ यूएस तो 28% ਦਿੱਤੇ ਹੋਏ ਨੇ, यूके ਤੋਂ 15, ਚਾਈਨਾ ਤੋਂ 15। ਹੁਣ ਅਗਰ ਆਪਾਂ ਬਹੁਤ ਫੋਕਸ ਨਾਲ ਦੇਖੀਏ ਆਪਣੇ ਕੋਲ ਟੋਟਲ ਦਿੱਤੇ ਹੋਏ ਨੇ 64 ਲੱਖ ਵਿਜ਼ਿਟਰਸ ਇੰਡੀਆ ਆਏ। ਉਸ ਚ ਗੱਲ ਪੁੱਛੀ ਗਈ ਹੈ यूएस ਦੀ, ਗੱਲ ਪੁੱਛੀ ਗਈ ਹੈ यूके ਦੀ, ਪੁੱਛੀ ਗਈ ਹੈ ਚਾਈਨਾ ਦੀ। ਹੋਪਫੁਲੀ ਇਹ ਵੀ ਗੱਲ ਸਮਝ ਆ ਗਈ। ਠੀਕ ਹੈ, ਤਿੰਨ ਤਰ੍ਹਾਂ ਦੀ ਗੱਲ ਪੁੱਛੀ ਗਈ ਹੈ। ਹੁਣ ਟੋਟਲ ਕਿੰਨੇ ਆਏ? 64 ਲੱਖ। ਉਸ ਚੋਂ यूएस ਤੋਂ ਕਿੰਨੇ ਆਏ? 28%। ਓਕੇ ਸਰ, ਇੱਥੇ ਗੱਲ ਸ਼ੁਰੂ ਕਰ ਦਾਂਗੇ। ਐਵੇਂ यूके ਟੋਟਲ ਕਿੰਨੇ ਆਏ? 64 ਲੱਖ। ਉਸ ਤੋਂ यूके ਤੋਂ ਕਿੰਨੇ ਆਏ? ਸਰ ਗ੍ਰਾਫ 15 ਦਿਖਾ ਰਿਹਾ 15 ਲਾਂਗੇ। ਚਾਈਨਾ ਤੋਂ ਕਿੰਨੇ ਆਏ? 64 ਲੱਖ। यूके ਤੋਂ ਚਾਈਨਾ ਤੋਂ 15 15। ਠੀਕ ਹੈ ਸਰ, ਇਹ ਆਗੇ ਇੱਕ ਨੰਬਰ ਆ ਜਾਏਗਾ ਪੁੱਤਰ। ਠੀਕ ਹੈ, यूएस ਵਾਲੇ ਨੇ ਕਿੰਨਾ ਖਰਚਾ ਕੀਤਾ ਪਰ ਕੈਪੀਟਲ? 6000। ਚਾਈਨਾ ਵਾਲਿਆਂ ਨੇ 5000। ਯੂ ਸੌਰੀ यूके ਵਾਲਿਆਂ ਨੇ 5000। ਚਾਈਨਾ ਵਾਲਿਆਂ ਨੇ ਪਰ ਕੈਪੀਟਲ 5 4000। ਸਾਰਾ ਦਾ ਡਾਟਾ ਆ ਜਾਏਗਾ ਪੁੱਤ, ਪਲੱਸ ਕਰ ਲਿਓ टोटल स्पेंडिंग आ जाएगी। टोटल स्पेंडिंग आ जाएगी। होपफुली बहुत अच्छी तरह समझा गया होगा। ठीक है, सो इस तरीके से कैलकुलेट कर सकते हो। सो पहला पार्ट था उस क्वेश्चन का की क्वेश्चन था कि 2018 ਦੇ ਵਿੱਚ ਡਿਫਰੈਂਟ ਕੰਟਰੀਜ਼ ਤੋਂ ਕੁਝ ਯੂਜ਼ਰਸ ਵਿਜ਼ਿਟਰ ਆਉਂਦੇ ਨੇ ਇੰਡੀਆ। ਠੀਕ ਹੈ, ਯੂਜ਼ਰਸ ਕਹਿ ਲਓ ਯਾਰ। ਠੀਕ ਹੈ, ਜਿਹੜੇ ਭਾਰਤ ਆਏ ਉਹ ਆ ਕੇ ਜਿਵੇਂ ਯੂਐਸ ਵਾਲਾ ਪਰ ਕੈਪੀਟਾ ਖਰਚ ਕਰਦਾ 6000, ਯੂਕੇ ਵਾਲਾ ਖਰਚ ਕਰਦਾ 5000, ਚਾਈਨਾ ਵਾਲਾ ਖਰਚ ਕਰਦਾ 4000 ਇੱਕ ਬੰਦਾ। ਤਾਂ ਕਿੰਨੇ ਬੰਦੇ ਆਏ ਇਹ ਆਪਾਂ ਦੇਖਣਾ ਹੈ। ਤਾਂ ਆਪਾਂ ਕੀ ਕਰਾਂਗੇ, ਕਿੰਨੇ ਆਏ? 64 ਲੱਖ ਆਏ। ਜਿਹੜੇ 64 ਲੱਖ ਆਏ ਉਹ 64 ਲੱਖ ਦਾ 28% यूएस ਤੋਂ, 15% यूके ਤੋਂ ਤੇ 15% ਚਾਈਨਾ ਤੋਂ ਆਏ। ਕੱਲਾ ਕੱਲੇ ਕੰਟਰੀ ਦਾ ਆਪਾਂ ਕੱਢ ਲਾਂਗੇ, ਜਿਵੇਂ ਕਿ ਜਸਟ ਐਗਜ਼ਾਮਪਲ ਲੈ ਲਿਆ ਆਪਾਂ ਬੋਰਡ ਤੇ। ਠੀਕ ਹੈ, ਤੁਹਾਨੂੰ ਦਿਖ ਰਿਹਾ ਹੋਊਗਾ। ਹੁਣ ਇਹਦੇ ਵਿੱਚ ਆਪਾਂ ਕੀ ਕਹਿੰਦੇ ਆ, ਸਭ ਤੋਂ ਪਹਿਲਾਂ ਆਪਾਂ ਦੇਖੀਏ 64 ਲੱਖ। ਠੀਕ ਹੈ, ਦੋ ਜ਼ੀਰੋ ਇੱਥੇ ਕੱਟ ਕਰ ਦੋ, ਇਹ ਰਹਿ ਗਿਆ 64000। ਜਿਹੜੇ 64000 ਆ ਗਿਆ 64000 ਇਨਟੂ ਮਲਟੀਪਲਾਈ ਕਰ ਦੋ 28, ਅਪਰੋਕਸੀਮੇਟਲੀ 17,92,000 ਲੋਕ ਹੋਏ ਜਿਹੜੇ यूएस ਤੋਂ ਆਏ। ਕਿੰਨਾ ਖਰਚਾ ਕੀਤਾ? 6000। ਜਸਟ ਮਲਟੀਪਲਾਈ ਕਰ। ਇਸ ਤਰ੍ਹਾਂ ਹੀ यूके ਦਾ ਕੱਢ ਲਓ, ਇਸ ਤਰ੍ਹਾਂ ਹੀ ਚਾਈਨਾ ਦਾ ਕੱਢ ਲਓ, ਕੈਲਕੂਲੇਸ਼ਨ ਕਰ ਲਓ ਪਲੀਜ਼, ਸਾਰਾ ਪਲੱਸ ਕਰ ਲਓ, ਟੋਟਲ ਸਪੈਂਡਿੰਗ ਆ ਜਾਏਗੀ। ਹੋਪਫੁਲੀ ਡਨ। ਇਸ ਡਾਊਟ ਹੈ ਪਲੀਜ਼ ਪੁੱਛੋ, ਅਦਰਵਾइज ਨੋਟ ਕਰੋ। एक को नोट कर लो, फिर आप आगे बढ़ते हैं।
हाँ जी क्लास ओके। सो कहने का मीनिंग की था, ਇੱਥੇ ਤੱਕ ਸਮਝ ਆ ਜਾਏਗਾ ਨਾ। ਬਹੁਤ ਗੁੱਡ। ਨੈਕਸਟ ਉਸ ਤੋਂ ਬਾਅਦ अगला क्वेश्चन की पूछते हैं, कहते इफ 32 ਲੱਖ ਟੂਰਿਸਟ, ਇਹ ਤਾਂ 64 ਲੱਖ था बेटा इस क्वेश्चन वास्ते ओवर हो गया पार्ट ਇਹਲਾ। ਆਪਾਂ ਉਸ ਡਾਟਾ ਛੱਡ ਦਾਂਗੇ ਕਿਉਂਕਿ ਜੇ ਟੋਟਲ ਕਈ ਵਾਰ ਨਾ ਕਹਿੰਦਾ ਦੇਖੋ ਪਾਈ ਚਾਰਟ ਦੋ ਤਰ੍ਹਾਂ ਦਾ ਡਾਟਾ ਹੁੰਦਾ ਹੈ, ਜਾਂ ਤਾਂ ਕਈ ਵਾਰ ਟੋਟਲ ਲਾ ਦੇਗੇ ਉੱਪਰ ਟੌਪ ਹੈਡ ਤੇ, ਫਿਰ ਆਪਾਂ ਪੂਰੇ ਕੁਐਸਚਨ ਚ ਉਹੀ ਲੈ ਕੇ ਚੱਲਣਾ ਹੁੰਦਾ ਹੈ। ਪਰ ਅਗਰ ਟੌਪ ਹੈਡ ਤੇ ਨਹੀਂ ਦੱਸਦੇ ਦੈਨ ਆਪਾਂ ਨੂੰ ਕੀ ਦੇਖਣਾ ਹੁੰਦਾ ਪੁੱਤ ਕਿ ਆਪਾਂ ਕਿਆ ਕੁਐਸਚਨ ਦੇ ਅਕੋਰਡਿੰਗਲੀ ਪਾਰਟ ਚੇਂਜ ਹੋ ਰਿਹਾ। ਹਾਂਜੀ ਪਾਰਟ ਚੇਂਜ ਹੋ ਰਿਹਾ, ਤਾਂ ਦੇਖਾਂਗੇ। ਨਾਓ ਕਹਿੰਦਾ 32 ਲੱਖ ਟੂਰਿਸਟ came to India in 2018 okay were having age greater than 49 ईयर। ठीक है, ਇੱਥੇ ਪੁੱਛ ਰਿਹਾ ਡਾਟਾ ਪੇਪਰ ਆਇਆ ਹੈ ਇੱਥੇ 40 ਤੋਂ 49 ਥੋੜੀ ਮਿਸਟੇਕ ਹੈ ਹਲਕੀ ਜੀ, ਪਲੀਜ਼ ਕਰੈਕਟ ਇਟ ਓਕੇ ਕੋਈ ਗੱਲ। ਸੋ 40 ਤੋਂ 49 ईयर ਵਾਲੇ ਨੇ, ਇਹ ਮੋਰ ਦੈਨ 49 ईयर ਵਾਲੇ 50 ਵਾਲੇ ਲੋਕ ਕਹਿ ਸਕਦੇ। ਕਹਿੰਦਾ 32 ਲੱਖ ਟੂਰਿਸਟ that came to India in the year 18 were having age greater than 49 ईयर okay then how many tourists came to India from different regions as shown in the pie chart okay। नाउ बेटा ना अपना बेस बनेगा 32 लाख बनेगा। ठीक है, इस करना की है इस टेबल कनेक्ट करना है। चलो किਵੇਂ कनेक्ट करते हैं, बड़े फोकस ਨਾਲ देखना। 32 ਲੱਖ टोटल आए मान गए, ਉਹ ਚ यूएस ਤੋਂ ਕਿੰਨੇ ਆਏ 28%। 28% ਜਿਹੜੇ ਲੋਕ ਆਏ ਕਿਸ ਡਿਸਟ੍ਰੀਬਿਊਟ ਹੋਣਗੇ, ਕੋਈ 20 ਤੋਂ ਥੱਲੇ ਹੈ, ਕੋਈ 20 ਤੋਂ 29 ਦੇ ਵਿੱਚ ਹੈ, ਕੋਈ 30 ਤੋਂ 40 ਦੇ ਵਿੱਚ ਹੈ, ਕੋਈ 40 ਤੋਂ 49 ਦੇ ਵਿੱਚ ਹੈ, ਕੋਈ ਮੋਰ ਦੈਨ 50। 50 ਜਿਹੜੇ 25% ਲੋਕ ਨੇ ਉਹਦਾ मतलब ਕੀ ਹੈ ਸਰ, ਡਾਟਾ ਕਿਵੇਂ ਕਨੈਕਟ ਕਰ ਰਹੇ ਹੋ, मतलब ਕੀ ਹੋਏਗਾ। बड़ा सिंपल चीज है बेटा, ध्यान देना। जिवे की टोटल आए 32 ਲੱਖ इस पार्ट के अकॉर्डिंगली, पार्ट बी च बेटा गल कर रहे हैं 32 ਲੱਖ यूजर्स आए ओके। वो 32 ਲੱਖ चो किन्ने आए यूएस तो, लेट्स कैलकुलेट पहला 28% ओके डन, दो जीरो कट गया। सो 32,000 इंटू 28 बेटा ਇਹ ਲੋਕ ਨੇ ਜਿਹੜੇ ਕਿ ओवरऑल यूएस तो आए, ये सारे तरह के आ गए, मतलब सारे तरह के इन द सेंस कि जेडे 20 साल वाले ने, 20 तो घट वाले ने, 30 साल वाले, 40 साल वाले, 50 साल वाले ने, सारे आ गए। हुण इसका बेटा अगर 28% करते हैं आप 8,96,000 लोग यूएस तो आए। ठीक है सर, हुण अगर 8,96,000 लोग आए तो मोर देन 49 साल कड़े थे 25% ओके। होपफुली गल समझ आ गई होगी। तो एक ते गया, चार ते गया, चार आप डिवाइड कर लेंगे और पहला दो ते गया। ठीक है बेटा, फिर दो ते जाएगा, फिर जाएगा फोर ते, तो 2,24,000 लोग ऐसे होंगे जेडे कि 50 साल तो उत्ते थे। होपफुली गल समझ आई। सो इस तरह आप बेटा यूएस का कढ़िया, इस तरह आप डिफरेंट रीजन का करना पेगा एवं, मतलब पहला आप उस जिम्मे यूएस गए, यूएस तो कितने लोग आए, जिन्ना भी आंसर बनेगा तो जिम्मे 8,96,000 बन रहा था, ये यूएस वाले बन रहे थे। फिर इन्होंने अगे कितना परसेंट अच्छा होया वो कढ़ना पेगा। होपफुली डाटा समझाया चंगी तरह, मेरे हिसाब में बहुत अच्छे समझाया होना। इस चल की रहे इस अपने को चल रहा था कि पहला आप यूएस जावांगे, मतलब जिम्मे 32 ਲੱਖ का 28% कटांगे, जो आंसर आएगा उसका 25% कटांगे। ठीक है जी, डिफरेंट एज ग्रुप के अकॉर्डिंगली। इस तरह ही आप जावांगे हर सैक्शन ਦੇ ਵਿੱਚ ਤੇ ਆਪਾਂ ਉਹਦਾ मोर देन 50% ਕੱਢ ਦਾਂਗੇ, क्योंकि एज ग्रुप दिता गया टूरिस्ट का 50 साल तो उत्ते वाले। एवं चाइना च यूके जावांगे, जो 32 ਲੱਖ आएगा ਉਹਦਾ 15% कटांगे, जो आंसर आएगा ਉਹਦਾ 25, सब जाया करके यू विल गेट द राइट आंसर। होपफुली डन हो गया पार्ट ए भी। सो इस तरीके नाल तुसी ये क्वेश्चन कर सकते हैं। ठीक है, होपफुली बहुत अच्छे से समझा रहे हो ग्राफिक डाटा। कुछ नहीं, आपको तो सब तो आसान डाटा दिता है ना, वो ग्राफ की फॉर्म दिता है कि एवरीथिंग इज डिस्प्लेड इन द फॉर्म ऑफ ग्राफ इन द इजी फॉर्मेशन एंड यू सिंपली पिक द डाटा एंड सॉल्व द क्वेश्चन, आंसर सिंपल हो जाएगा। ठीक है ओके, डन हो गया ना। कहना हुणे पार्ट ओके 32 ਲੱਖ ਦਾ ਨੰਬਰ ਇੱਥੇ ਛੱਡ ਦਾਂਗੇ। ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹੈ, ਕਈ ਵਾਰ क्या ਹੁੰਦਾ है कि अपने को टॉप ਤੇ ਦਿੱਤਾ ਹੁੰਦਾ दैट विल बी कंटिन्यू द होल क्वेश्चन, पर सम टाइम इट विल गिवन इन द पर्टिकुलर पार्ट्स की, जिਵੇਂ पहले पार्ट 64 ਲੱਖ कहता, दूसरे पार्ट 32 ਲੱਖ कहता, तीसरे पार्ट कुछ और कहता, उसके अकॉर्डिंग ਆਪਾਂ चेंज करेंगे। डन गुड। नाउ 65,000 टूरिस्ट केम फ्रॉम चाइना ओके इन द ईयर 2018। उन्होंने पर्टिकुलर दसता कि भाई चाइना तो 65,000 लोग आए। ठीक है, what number of tourists under different age group come in that year। ਹੁਣ ਆਪਾਂ ਨੇ 65,000 ਨੂੰ ਇਹਦੇ ਵਿੱਚ ਸਿੰਪਲੀ ਡਿਸਟ੍ਰੀਬਿਊਟ ਕਰਨਾ ਹੈ। ਸੋ मतलब ਇਹ ਜਿਹੜਾ ਇਹ ਪੋਰਸ਼ਨ ਹੈ, ਇਹ ਵਾਲਾ ਪੋਰਸ਼ਨ ਹੈ ਪੁੱਤੇ 65,000 ਹੈ। ਇਸ ਕੁਐਸਚਨ ਦੇ ਅਕੋਰਡਿੰਗ ਪਾਰਟ ਸੀ ਦੇ ਅਕੋਰਡਿੰਗਲੀ ਇਹ ਪੋਰਸ਼ਨ ਜਿਹੜਾ ਦਿੱਤਾ ਹੈ 15% ਵਾਲਾ, ਇਹ 65,000 ਹੈ। ਆਪਾਂ ਨੂੰ 15% ਦੀ ਕੋਈ ਲੋੜ ਨਹੀਂ ਹੈ, ਆਲਰੇਡੀ ਦੇ ਹੈਵ ਗਿਵਨ ਅਸ ਕਿ 65,000 ਟੂਰਿਸਟ ਚਾਈਨਾ ਤੋਂ ਆਏ।
ਆਪਾਂ ਨੇ ਬਸ ਇਸ ਨੂੰ ਇਸ ਡਾਟਾ ਗਰੁੱਪ ਚ ਪੜਨਾ ਹੈ, ਮਤਲਬ 25 15 15 20 25। ਸਰ ਉਹ ਕਿਵੇਂ, ਪਲੀਜ਼ ਬੋਰਡ ਤੇ ਫੋਕਸ ਕਰਾਂਗੇ। ਚਾਈਨਾ ਤੋਂ ਜਿਹੜੇ ਟੂਰਿਸਟ ਆਏ ਨੇ ਉਹ ਆਏ ਨੇ 65,000, ਠੀਕ ਹੈ। ਉਸ ਚ ਅੰਡਰ 20 ਈਅਰ ਏਜ ਵਾਲੇ ਕਿੰਨੇ ਆਏ ਨੇ, 65,000 ਦਾ 25%। ਹੋਪਫੁਲੀ ਗੱਲ ਕਲੀਅਰ ਹੋ ਗਈ। ਦੋ जीरो ਇੱਥੇ ਕੱਟ ਗਈਆਂ। ਯੂ ਗਾਇਜ਼ ਆਰ ਲੈਫਟ ਵਿਦ 650 into 25 ਮਲਟੀਪਲਾਈ ਕਰ ਲਓ, ਯੂ ਵਿਲ ਗੈਟ ਦ ਰਾਈਟ ਆਂਸਰ। ਠੀਕ ਹੈ, ਇਸ ਚੀਜ਼ ਨੂੰ ਮਲਟੀਪਲਾਈ ਕਰ ਲਓ। ਇਸ ਤਰ੍ਹਾਂ ਹੀ ਫਿਰ ਅਗਲਾ ਬਣੇਗਾ 20 ਤੋਂ 29 ਦੇ ਵਿੱਚ ਕਿੰਨੇ ਆਏ, ਫਿਰ 65,000 ਦਾ 15%। ਫਿਰ 30 ਤੋਂ 39 ਦੇ ਵਿੱਚ ਕਿੰਨੇ ਆਏ, ਫਿਰ 65,000 ਦਾ 15%। ਸੇਮ ਹੀ ਨੰਬਰ ਕਾਪੀ ਕਰ ਲੈਣਾ, ਕੈਲਕੂਲੇਸ਼ਨ ਕਰਨੀ ਪਏਗੀ। ਫਿਰ 40 ਤੋਂ लेके 49 ਕਿੰਨੇ ਆਏ, 20%। 65,000 ਦਾ 20% एंड लास्ट पोजीशन करके you'll get the right answer, simple। so इस तरीके ਨਾਲ hopefully done। so yes good, very good class। so ਇਸ ਤਰੀਕੇ ਨਾਲ ਤੁਸੀਂ ਅੱਗੇ ਪ੍ਰੋਸੀਡ ਕਰ ਸਕਦੇ ਹੋ ਕਿ ਕਿੰਨੇ ਨੰਬਰ ਆਫ ਯੂਜ਼ਰਸ ਕਿਹੜੀ ਕੰਟਰੀ ਤੋਂ ਆ ਰਹੇ ਨੇ। ਹੋਈ ਗੱਲ ਕਲੀਅਰ। ਸੋ ਇਸ ਤਰੀਕੇ ਨਾਲ ਆਪਾਂ ਇਹਨਾਂ ਕੁਐਸਚਨਸ ਤੇ ਅੱਗੇ ਚੱਲ ਰਹੇ ਹਾਂ। ਅੱਜ ਆਪਾਂ ਪੀਵਾਈਕਿਊ ਸੀਰੀਜ਼ ਕਰ ਰਹੇ ਹਾਂ। ਪੀਵਾਈਕਿਊ ਸੀਰੀਜ਼ ਦਾ ਇਹ ਸੈਕੰਡ ਕੁਐਸਚਨ ਹੈ ਗ੍ਰਾਫਿਕਲ बेस ਤੇ, और ये अपने ग्राफिकल डाटा थोड़ा रह भी गया था, उस पर बाइंड अप कर रहे हैं उस चीज को। ठीक है, सो इस तरीके ਨਾਲ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ-ਕਿਹੜੇ ਕੰਟਰੀ ਤੋਂ ਕਿਹੜੇ-ਕਿਹੜੇ ਕੁਐਸਚਨ ਯੂਜ਼ਰਸ ਆ ਰਹੇ ਨੇ। ठीक है, एक पर्टिकुलर कंट्री ਦਿੱਤੀ, ਨੰਬਰ ਦਿੱਤਾ, ਡਿਸਟ੍ਰੀਬਿਊਟ ਕਰਤਾ एज वाइज। डन, पक्का, कोई डाउट नहीं है। चलो नेक्स्ट। ठीक है जी, होपफुल डन। सो इस तरीके ਨਾਲ ਇਹ ਦੋਨों क्वेश्चन डील अप होए। पक्का समझ आ गया, कोई डाउट नहीं हो रहा। नेक्स्ट, वेरी गुड। अगला क्वेश्चन फिर नोट कर लिया सबने, हाँ ठीक है डन। ओके, अगला क्वेश्चन है विच ऑफ द थ्री इज द लीडिंग लैंडर। ओके, एक क्वेश्चन आया तो दिता कि देखिए, कहता कंसीडर द फॉलोइंग लोन इन थाउजेंड्स दिता गया, एक्सटेंडेड बाय वेरियस लैंडिंग इंस्टीट्यूट्स। ओके, कुछ लैंडिंग इंस्टीट्यूट्स ਹੁੰਦੇ ਨੇ ਜਿਹੜੇ ਲੋਨ ਲੈਂਡ ਆਊਟ ਕਰਦੇ ਨੇ, ਉਹਦੇ ਵਿੱਚ ਪਬਲਿਕ ਸੈਕਟਰ ਦਿੱਤਾ ਗਿਆ ਆਪਾਂ ਨੂੰ, ਸਮਾਲ ਫਾਈਨਾਂਸ ਕਾਰਪੋਰੇਸ਼ਨ ਦਿੱਤਾ ਗਿਆ ਤੇ ਪ੍ਰਾਈਵੇਟ ਬੈਂਕ ਦਿੱਤਾ ਗਿਆ। ਠੀਕ ਹੈ, ਹੁਣ ਜਿਹੜਾ ਪਬਲਿਕ ਸੈਕਟਰ ਦਿੱਤਾ ਗਿਆ ਉਹਨੇ 93 94 ਦੇ ਵਿੱਚ 233.8 थाउजेंड ਦੇ ਵਿੱਚ ਲੋਨ ਦਿੱਤਾ। ਐਵੇਂ 94 95 ਦਾ, 95 96 ਦਾ, 96 97 ਦਾ, 97 98 ਦਾ। ਇਹ ਪਬਲਿਕ ਸੈਕਟਰ ਦਾ ਹੋ ਗਿਆ ਟੋਟਲ ਲੈਂਡਿੰਗ, ਇਹ ਸਮਾਲ ਕਾਰਪੋਰੇਸ਼ਨ ਦੀ ਹੋਗੀ, ਇਹ ਪ੍ਰਾਈਵੇਟ ਸੈਕਟਰ ਦੀ ਹੋਗੀ। ਠੀਕ ਹੈ, ਗੱਲ ਸਮਝ ਆ ਰਹੀ ਹੈ। ਇਸ ਚ ਪੁੱਛਿਆ ਕੀ ਗਿਆ ਆਪਣੇ ਤੋਂ, ਪੁੱਛਿਆ ਇਹ ਗਿਆ ਕਿ ਭਾਈ ਜਿਹੜਾ ਲੀਡਿੰਗ ਲੈਂਡਰ ਕੌਣ ਹੈ। ਲੀਡਿੰਗ ਲੈਂਡਰ ਮਤਲਬ ਕੌਣ ਹੋਏਗਾ, ਜਿਹੜਾ ਸਭ ਤੋਂ ਵੱਧ ਲੋਨ ਦੇਗਾ। ਹੋਰ ਕੀ ਹੁੰਦਾ ਲੀਡਿੰਗ ਲੈਂਡਰ ਮਤਲਬ, ਲੀਡਿੰਗ ਮਤਲਬ क्या, ਹੁਣ ਜਿਵੇਂ ਤੁਸੀਂ ਪੇਪਰ ਦੋਗੇ ਤੁਹਾਡੇ ਲੀਡਰ ਕੌਣ ਬਣੂਗਾ, ਜਿਸ ਤੋਂ ਵੱਧ ਨੰਬਰ ਆਣਗੇ। ਉਸ ਤੋਂ ਹੋਰ ਕੀ ਪੁੱਛਿਆ ਗਿਆ, ਲੀਡਿੰਗ ਲੈਂਡਰ। ਤਾਂ ਲੀਡਿੰਗ ਲੈਂਡਰ ਚ क्या ਹੋਊਗਾ, ਆ ਦਿੱਤਾ ਗਿਆ ਪਬਲਿਕ ਸੈਕਟਰ ਦਾ, प्लस कर लो सारा, प्लस कर लो 8 16 17 18 19 20 4 24 4 पॉइंट एज इट इज रहेगा। 2 3 2 5 6 7 8 9 14 20 0। ठीक है, 2 3 2 5 3 6 11 12 2 एक आ गया ऊपर, 3 3 6 3 9 12 4 16 1620। ठीक है जी, ये लैंडिंग होगी। इस तरह सवाल कॉर्पोरेशन ऐड कर लो, 3 7 10 16 16 8 26 30 0 3 8 12 20 22 27 7 2 6 2 8 8 16 6 22 ਤੇ 9 31। ठीक है जी, ਤੇ 6 37 7 आ गया, 3 कैरी 3 9 6 10 16 25 5 आ गया, 2 35 70 आ गया। ठीक है, ऐड कर लो, सिंपल ऐड करना और क्रिटिकल है। इवें इसमें ऐड कर लो, जेड़ा सब तो प्राइम लैंडिंग आएगा आंसर आ जाएगा। होया क्लियर। सो यही पूछा था विच ऑफ द थ्री इज द लीडिंग लैंडर। लीडिंग लैंडर केड़ा होया, मेरे अकॉर्डिंग ये होएगा, बाकी मैं ट्रस्ट करके देख लो एक बारी, थोड़ा सा लिखना टपूगा ही वैसे, तो चलो देख लेंगे। 4 8 12 20 26 34 4 3 3 3 6 9 2 11 17 17 3 23 3 2 10 17 17 3 20 28 8 2 2 4 4 8 4 12 5 17 6 23। आई ऑलरेडी टोल्ड यू, मतलब लॉगिंग नंबर नहीं बढ़े। सो स्मॉल फाइनेंस कॉर्पोरेशन क्या होया, लीडिंग लेंडर हो गया। का समझ आ गया, इजी है ना। कुछ ना बहुत सौखे पूछेंगे ना, ये भी 2020 ਦੇ क्वेश्चन ਹੈਗਾ। ठीक है, 2020 ਦੇ पेपर पाया, इजी ਹੁੰਦਾ यार स्टैट्स ਦਾ पार्ट। डोंट थिंक कि बॉदर करो कि बहुत टफ है, बस थोड़ा ਜਿਹਾ ब्रेन यूज करना है अपन, हल्का ਜਿਹਾ फोकस्ड रहना, कंसिस्टेंट रहना तैयारी ਨੂੰ ਲੈ ਕੇ, ਤਾਂ ਸਭ ਤੋਂ ਈਜ਼ੀਐਸਟ ਪੋਰਸ਼ਨ ਜਿਹੜਾ ਰਹੇਗਾ ਤੁਹਾਡਾ ਸਟੈਟਸ ਦਾ ਰਹੇਗਾ। ਠੀਕ ਹੈ, ਤਾਂ ਉਹਦੇ ਵਿੱਚ ਕੀ ਹੋਊਗਾ, ਆਪਣੇ ਕੋਲ ਇਹ ਪੋਰਸ਼ਨ ਆਏਗਾ, ਪਲੀਜ਼ ਨੋਟ ਡਾਊਨ करो।
ओके, डन, गुड। अगला क्वेश्चन, पहला, व्हाट परसेंटेज ऑफ लीडिंग सो लैंडिंग इज एक्सटेंडेड बाय प्राइवेट सेक्टर इन द ईयर। पहले एक सेक्टर दसना है, परसेंटेज शेयर दसना है लैंडिंग दा प्राइवेट सेक्टर दा। ओके, 97 98 कितना बैंक आए, पब्लिक सेक्टर, स्मॉल कॉर्पोरेशन, प्राइवेट, कितना प्लस कर लो, डाटा दिता है अपने को, तीनों प्लस कर लो, की देते हुए हैं 416.4, 416, एक मिनट प्लस 416.4, 1074, सॉरी 67.4, देन 686.8, तीनों प्लस कर लो। उस तो बाद की करोगे, जो तीनों प्लस कर लोगे, अपने केड़े सेक्टर का क्या है, प्राइवेट सेक्टर का कितना है, 686.4 प्राइवेट सेक्टर डिवाइड बाय उस पर्टिकुलर ईयर ਦੇ ਵਿੱਚ कितना सेक्टर ਦਾ टोटल लैंडिंग आया इनटू 100 कर दो, यू विल गेट द राइट आंसर। सिंपल। उन्होंने पूछा प्राइवेट सेक्टर ਦਾ ਕਿੰਨਾ ਸ਼ੇਅਰ ਹੈ, ਪ੍ਰਾਈਵੇਟ ਸੈਕਟਰ ਦਾ ਸ਼ੇਅਰ ਕਰਨ ਲਈ ਕੀ ਕਰਨਾ था, कुछ नहीं करने की लोड़, जिस सेक्टर की गल की है वो सेक्टर नंबर ऊपर थले टोटल करो, आंसर आ जाएगा, सिंपल गल है, ठीक है, डन, पक्का, गुड। नोट कर लो प्लीज, ऑफलाइन हाथ पे चलाओ थोड़ा सा, कुछ नहीं है, सौखे सौखे क्वेश्चन नहीं, टाइम में ज्यादा टाइम नहीं लगा रहा है इस पे। सो पहला था पब्लिक सेक्टर था, स्मॉल सेक्टर फाइनेंस था, फिर प्राइवेट था, प्लस करे, आंसर आ गया, ठीक है। दूसरा क्वेश्चन था लैंडिंग किने ज्यादा की है, तो टोटल कर लो, टोटल आ रहा है कितना आ रहा है, 2170 आ रहा है। हाँ जी, क्लास कर लिया, 686.4, 2170.0 इंटू 100 अप्रोक्सीमेटली, यू विल गेट द आंसर। कितनी आ रही है आंसर, 1.629 समथिंग परसेंट, बाकी चेक कर लो, कोई चक्कर नहीं है, इतना चल रहा है ऊपर थले, ठीक है। सो ये आ जाएगा, पक्का ओके है, कोई डाउट करे किसी ने, हाँ ठीक है, डन, ओके, चलो नेक्स्ट आओ। नाउ व्हाट नेक्स्ट, कहता है इफ द टोटल लोन एक्सटेंडेड इन द मार्केट इज 10 लाख का, ठीक है, इन द ईयर 95 96, ओके, 95 96 ਦੇ ਵਿੱਚ 10 ਲੱਖ ਦਾ ਲੋਨ ਆਇਆ, then what percentage of loan is extended by the sources of other than the above mentioned sources, okay। ਇਹ ਵੀ 1000 ਚ ਹੀ ਹੈ, ਤੁਹਾਨੂੰ ਪਤਾ ਹੀ ਹੈ ਵੈਸੇ, ਇਹਨੂੰ 3 ਜ਼ੀਰੋ ਛੱਡ ਦਿਓ, ਕੋਈ ਗੱਲ ਨਹੀਂ, ਕਿਉਂਕਿ 3 ਜ਼ੀਰੋ ਤਾਂ ਉਹਦੇ ਵਿੱਚ ਚੱਲ ਹੀ ਰਹੀਆਂ ਨੇ, 3 ਜ਼ੀਰੋ ਆਪਾਂ ਲੀਵ ਕਰ ਸਕਦੇ ਹਾਂ। ਅਲਟੀਮੇਟਲੀ ਨੂੰ ਮੈਂ ਪੜਾਂਗਾ 10,000 ਰੁਪਏ, ਐਗਜ਼ਾਮਪਲ ਜਸਟ ਟੇਕ ਲਈ 10,000 ਦਾ ਲੋਨ ਆਇਆ ਮਾਰਕੀਟ ਸਾਰਾ, और अपने को कितना शो हो रहा है, 90 गल कर रहे हैं 596 दी, 95 96 आ रहा है 303, ठीक है, 68.6, ठीक है, और ये डेसिमल है बेटा, और 402.8, ठीक है। ये वो तीन सोर्सेज ने जिनका अपने को लाया, प्लीज इन्हें ऐड कर लो, ठीक है, जस्ट सेकंड, ऐसे कर लेने आप ऐड, ठीक है। हाँ जी, आपने को चल रहे हैं क्या कहना, आला बेटा ऐड करना है, सारे ऐड कर लो प्लीज, ऐड करना है सारे, 303.2, ठीक है जी, then 668.6, then 402.8, विजुअल है सब नो, देखो वो जगह तो नहीं, हेलो कोई गल नहीं, ऐड कर लो इसमें, 6 8 8 16 6.1 ऊपर, ठीक है, 4 8 12 13 14, 4 एक ऊपर 7, ठीक है, देन 6 10 13, 1374, 1374.6 ਜਿਹੜਾ ਲੋਨ ਹੈ तीन सोर्सेज ਦਾ ਹੈ, ਅਦਰ ਸੋਰਸ ਦਾ ਕਿੰਨਾ ਹੋਏਗਾ, ਹੁਣ ਆਪਣੇ ਕੋਲ ਟੋਟਲ ਹੈ ਕਿੰਨੇ ਸਰ 10,000, 10,000 ਦੇ ਵਿੱਚੋਂ ਕਿੰਨਾ ਇਹਨਾਂ ਸੈਕਟਰ ਨੇ ਕੀਤਾ, ਇਹਨਾਂ ਸੈਕਟਰ ਦਾ ਹੈ 13,774.6, ਮਾਈਨਸ ਕਰ ਲਓ, ਸੁਣਿਆ ਕਰਨਾ ਕਰ ਚੱਲ ਕੀ ਰਹੇ, ਇਹ ਆਪਾਂ ਦੱਸ ਰਹੇ ਹਾਂ ਕਿ ਆਪਣੇ ਕੋਲ ਜਿਹੜਾ ਲੋਨ ਐਕਸਟੈਂਡ ਹੋਇਆ ਮਾਰਕੀਟ 'ਚ ਉਹ 10,000 ਦਾ ਲੋਨ ਹੋਇਆ, ਐਗਜ਼ਾਮਪਲ, ਠੀਕ ਹੈ, 306 ਤੇ ਆਪਣੇ ਉੱਪਰ ਦਿੱਤੇ ਹੋਇਆ, ਆਪਣੇ ਕੋਲ ਡਾਟਾ 3 ਚ ਹੀ ਹੈ। ਸੋ ਮੈਂ ਕੀ ਕੀਤਾ, 10,000 ਰੁਪਏ ਲਿੱਤਾ, 10,000 ਚੋਂ ਜਿਹੜਾ ਲੋਨ 3 ਸੈਕਟਰ ਦਾ ਬਣਿਆ ਉਹ ਮਾਈਨਸ ਕਰ ਦਾਂਗੇ, ਕਿੰਨਾ ਬਣਿਆ
ਉਹ ਬਣਿਆ 13, ਠੀਕ ਹੈ, 74.6। ਤਾਂ ਇਹ ਹੋ ਗਿਆ 82, 86, 600, 86,225.4, ਜਿਹੜਾ ਬਣਿਆ 86,25.4। ਇਹ ਲੋਨ ਬਣਦਾ ਹੈ ਅਦਰ ਸੈਕਟਰ ਦਾ। ਅਦਰ ਸੈਕਟਰ ਦਾ ਪੁੱਛਿਆ ਕੀ ਗਿਆ, if the total loan extended in the market is 10,000, ठीक है, या सिंपल आप 10 लाख भी कह 1 करोड़ मिलेगा ना, 1 करोड़ मिलेगा, 1 2 3 4 5 6 7, 1 करोड़ मिलेगा in the year 95 96, then what percentage of loan is extended the sources other than the above mentioned sources? above mentioned sources का कितना बन रहा है, above mentioned किहड़े पब्लिक स्मॉल प्राइवेट, ਇਹਦਾ ਬਣ ਰਿਹਾ ਸਰ 1374.6। टोटल लोन कितना है 10,000, माइनस कितना कितना आ गया 86,25। पूछे की है परसेंटेज, ओके परसेंटेज पूछी है, क्लास करनी है, ओके होगा 8625.4 आउट ऑफ जेड़ा 1 करोड़ लोन था, जो 10,000 कहते हैं हट के into 100, now you will get the percentage. This is the percentage of data they are asking. They are asking for what? They are asking for the loan which is other than 3 sources. Hopefully clear होगा सबनों, कोई डाउट नहीं है, ठीक है। तो आंसर आना अप्रोक्सीमेटली 86.25%। ਇਹ ਉਹ ਲੋਨ ਹੈ ਜਿਹੜਾ ਅਦਰ ਸੋਰਸਿਸ ਤੋਂ ਮਾਰਕੀਟ ਚ ਆਇਆ। ਜਿਹੜਾ ਪਹਿਲਾ ਲੋਨ था 1374.6, ਉਹ था ਉਹ ਸੋਰਸਿਸ ਦਾ ਜਿਹੜਾ ਆਲਰੇਡੀ ਮੈਂਸ਼ਨਡ ਹੈ। ਕਿੱਥੇ ਮੈਂਸ਼ਨਡ ਹੈ, ਉੱਪਰ ਟੇਬਲ ਦੇ ਵਿੱਚ। ਹੁਣ ਇਹ ਉਹ ਲੋਨ ਆਇਆ ਜਿਹੜਾ ਆਪਾਂ ਕ੍ਰੀਏਟ ਕੀਤਾ। ਡਨ ਹੋ ਗਿਆ, ਪੱਕਾ, ਨੋਟ ਡਾਊਨ। ठीक है, सो इस तरीके नाल थोड़ा 1 2 3 पार्ट ਦਿੱਤੇ ਹੋਏ थे, सॉल्व हो गए। और आई होप इट्स नॉट अ कोई टफ क्वेश्चन नहीं है यार, बहुत इजी क्वेश्चन ने। बस ਤੁਸੀਂ ਲਾਂਚਪੈਡ ਆਈਐਸ ਦੇ YouTube ਚੈਨਲ ਜੁੜੇ ਰਹੋ, ਤੁਹਾਨੂੰ ਬਹੁਤ ਵਧੀਆ ਵਧੀਆ ਇਨਫੋਰਮੇਸ਼ਨ ਮਿਲਦੀ ਰਹੂਗੀ। ਔਰ ਇਸ ਤਰ੍ਹਾਂ ਦੇ ਕੁਐਸਚਨ ਅਸੀਂ ਸੋਲਵ ਕਰਾਉਂਦੇ ਰਹਾਂਗੇ ਤਾਂ ਕਿ ਤੁਹਾਡੀ ਪ੍ਰੈਕਟਿਸ ਚੱਲਦੀ ਰਹੇ, ਠੀਕ ਹੈ ਜੀ। ਸੋ ਇਨ ਸ਼ਾਰਟ ਗੱਲ ਇੰਨੀ ਹੈ ਕਿ ਆਪਣੇ ਕੋਲ ਇਹ 3 ਸੋਰਸਿਸ ਦਿੱਤੇ ਹੋਏ थे, ਇਹ 3 ਸੋਰਸਿਸ ਛੱਡ ਕੇ ਜਾਂ ਇਹਨੂੰ ਪਲੱਸ ਕਰਕੇ ਆਪਾਂ ਟੋਟਲ ਚੋਂ ਮਾਈਨਸ ਕਰ ਲਿਆ। ਜਦੋਂ ਮਾਈਨਸ ਕਰ ਲਿਆ ਤੇ ਟੋਟਲ ਜੋ ਆਇਆ ਆਪਾਂ ਉਹ ਦੱਸਤਾ, ਠੀਕ ਹੈ। सो मैंने लगता नहीं कोई दिक्कत होगी इस क्वेश्चन च, ओके है, समझाया चल के रहे थे इस क्वेश्चन च, हाँ ठीक है, गुड क्लास। सो इन शॉर्ट आप पहला क्वेश्चन देखिया आज दा वेरिएशन दसी हो गया, दूसरा क्वेश्चन दसिया उसके ऊपर कंबाइंड हो गया, कंबाइंड करके उसका था एक फार्मूला दसता। देन अपने को क्या था, देन अपने को था एक पाई चार्ट जिहदे डिस्ट्रीब्यूशन की गई थी डाटा दी परसेंटेज वाइज, वो आप करके जो आंसर है उन्होंने कितना कनेक्ट किया एक बार ग्राफ दे नाल, ठीक है। देन अपने को क्वेश्चन आया इस तरीके टैबुलर फॉर्म च, अलग क्वेश्चन पूछेगा जी दस ते ਇਹ ਵੀ 2020 ਦੇ ਪੇਪਰ ਕੁਐਸਚਨ ਆਇਆ ਹੋਇਆ ਹੈ। ਜਿਹੜਾ ਰੀਸੈਂਟ ਪੇਪਰ ਦੇਖੋਗੇ ਤੁਸੀਂ 2020 ਦਾ, ਉਸ ਚ ਵੀ ਆਇਆ ਹੋਇਆ ਹੈ, ਠੀਕ ਹੈ। ਡਨ, ਓਕੇ ਨੈਕਸਟ ਕੁਐਸਚਨ। ਹਾਂਜੀ ਵੈਰੀ ਇਜ਼ੀ, ਕੀ ਦਿੱਤਾ ਗਿਆ, ਦ ਫੋਲੋਇੰਗ ਡਾਟਾ ਗਿਵਸ 2007 gross domestic product in the billion of dollar for all the 50 states of US. The data is entered in the alphabetical order, okay, जो sources cities ने, ठीक है, लास्ट जिवें ਆਪਾਂ ਇਸ ਤੋਂ ਲੈ ਕੇ ਲਾਸਟ ਤੱਕ ਨਿਊਯਾਰਕ ਇਹ ਉਹ ਦਿੱਤੀ ਹੋਈ ਨੇ, ਠੀਕ ਹੈ, ठीक है। पूछा की है कैलकुलेट द मीन, सिंपल कहती हुई है इंडिविजुअल सीरीज, मतलब सर कहता है एक्सआई दिता हुआ है, एक्सआई 1 2 3 4 5 6 7 up to 50 सीरीज। पूछा है मीन, सो मीन कढन दा एक सिंपल तरीका की है, मीन कढन दा एको तरीका है क्या सर, मीन दा इंडिविजुअल सीरीज वास्ते तरीका है समेशन एक्सआई बाय एन, ओके। मतलब व्हाट, ਜਿਹੜੀ डिफरेंट ऑब्जर्वेशन दी है 50 स्टेट ਦੀਆਂ ਸਾਰੀਆਂ ਲਿਖੋ, प्लस करो, डिवाइड बाय 50 करो, आंसर आ जाएगा। जस्ट एग्जामिनर चाहता कि ਤੁਸੀਂ अच्छी खासी कैलकुलेशन कर लो, कुछ नहीं करना, जिन्ना ਦਿੱਤਾ ਹੋਇਆ सारा ਚੱਕ के लिखो, प्लस कर दो, डिवाइड बाय 50 कर दो, क्योंकि 50 स्टेट्स ਦੀ ਗੱਲ है, यू विल गेट द मीन, मीन और एवरेज इक्वल ਹੁੰਦੀ है। सो इस तरीके ਨਾਲ आ जाएगा, होपफुली समझ आ गया। सो कुछ नहीं करना, इस क्वेश्चन ਦੇ ਵਿੱਚ क्या था, आपने तो पूछा गया था मीन। सो 1 2 3 4 5 6 7 8 9 10 सारा मीन प्लस करो सारा, यू विल गेट द राइट आंसर। 10 5 और दिता गया, 50 स्टेट पहले क्या है उन्होंने 50 स्टेट्स का। सो मीन वास्ते क्या करना होता है, सारा प्लस करके आंसर कर दो, ठीक है, हो गया, पक्का क्लियर है, इजी है। हाँ कुछ नहीं करना था, आपने बस दसना कि मीन करना की है। 2013 का पेपर क्वेश्चन आया है, उस तो बाद तुम दस दोगे, ओके। नेक्स्ट और की पूछा इस पे, अगला पूछे है द मीडियन, ठीक है, ऑफ दिस डाटा, मीडियन पूछे इस डाटा। और मीडियन किਵੇਂ करोगे, सब तो पहला ਆਪਾਂ ਨੂੰ अरेंज करना पेगा है कि नहीं 50, मतलब n कितना हो गया
50 मतलब इवन। जो इवन आंदा तो मीन क्या होगा, n/2, n/2 प्लस 1 और n/2 50 टू द हाफ 25, 25 के नाल 26, मतलब 25 ਤੇ 26 ऑब्जर्वेशन नहीं पेगी। ठीक है। सो मीडियन वास्ते पहला अरेंज करना पड़ेगा सेंडिंग ऑर्डर। सेंडिंग ऑर्डर मतलब पहला सब तो छोटी वाली चक्कर ਆਪਾਂ सब तो छोटी वैल्यू दिख रही है अपन मेरे ख्याल नाल क्या ना देखोगे अगर 25, पहले 25 चकोगे, फिर 32, 34 इस तरीके नाल चकोगे ਤੁਸੀਂ है ना। ਗੱਲ ਸਮਝਾਈ। ਸੋ ਤੁਸੀਂ ਕਰਨਾ ਕੀ ਹੈ, ਯੂ ਹੈਵ ਟੂ ਅਰੇਂਜ ਦਾ ਡਾਟਾ ਇਨ ਅਸੈਂਡਿੰਗ ਆਰਡਰ। ਅਸੈਂਡਿੰਗ ਆਰਡਰ ਚ ਲਗਾ ਕੇ ਆਪਾਂ ਚੈੱਕ ਕਰ ਦਿੰਦਾ ਕਿ ਡਾਟਾ ਜਿਹੜਾ ਆਪਣੇ ਕੋਲ ਆਇਆ ਹੈ ਇਹ ਡਾਟਾ ਰਿਵਰਸ, ਇਹ ਡਾਟਾ ਕੀ ਕਰੇ ਆਪਾਂ ਅਸੈਂਡਿੰਗ ਆਰਡਰ ਲਗਾਵਾਂਗੇ। ਅਸੈਂਡਿੰਗ ਆਰਡਰ ਲਾ ਕੇ ਦੇਖਾਂਗੇ ਕਿ ਈਵਨ ਹੈ ਜਾਂ ਔਡ ਹੈ। ਅਗਰ ਔਡ ਹੁੰਦਾ ਹੈ ਤਾਂ ਆਂਸਰ ਹੁੰਦਾ ਮੀਡੀਅਨ ਦਾ n+1/2। ਅਗਰ ਈਵਨ ਹੈ n/2, n/2 + 1, ਦੋ ਤਰ੍ਹਾਂ ਡਾਟਾ ਹੁੰਦਾ ਹੈ। ਠੀਕ ਹੈ। n/2 n क्या ਹੁੰਦਾ है, ਨੰਬਰ ਆਫ ਆਬਜ਼ਰਵੇਸ਼ਨ ਕਿੰਨੀਆਂ ਨੇ 50। ਸੋ 50 ਦਾ ਹਾਫ 25 ਵੈਲਿਊ ਆਬਜ਼ਰਵੇਸ਼ਨ ਆ ਗਈ। दूजी 26। ਹੁਣ ਸਰ ਸਾਰੇ ਅਰੇਂਜ ਕਰੀਏ ਨਾ ਕਰੋ ਸਾਰੇ ਅਰੇਂਜ, ਇੱਕ ਹੋਰ ਤਰੀਕਾ ਹੁੰਦਾ ਇਸ ਚ क्या करो, मीडियन कटनी है। मीडियन का फॉर्मूला हो जाएगा 25th ऑब्जर्वेशन प्लस 0.5 टाइम द 26 माइनस 25th ऑब्जर्वेशन आंसर है। अदरवाइज कुछ नहीं करना। जी 25वीं ऑब्जर्वेशन आई है वो लिख लो, 26वीं ऑब्जर्वेशन आई है वो लिख लो। सेंडिंग मोड लगाने तो बाद फिर दोनों ऑब्जर्वेशन को प्लस करके हाफ कर दो। मतलब मान लो वैल्यू कोई n1 आई है, इसकी वैल्यू कोई n2 आई है, n1 प्लस n2/2 कर दियो, यू मेरा राइट आंसर। तरीका ही है। मतलब क्वेश्चन ने लेंथी पाया जस्ट टू मेक श्योर कि कैलकुलेशन हो तो टाइम थोड़ा ਜਿਹਾ ਕੰਜ਼ਿਊਮ ਹੋਏ। ਹੋਰ ਇਸ ਕੁਐਸਚਨ ਚ ਟੈਕਨੀਕਲੀ ਕੁਝ ਖਾਸ ਨਹੀਂ ਹੈ ਕਿ ਅਗਰ ਆਪਾਂ ਇਸ ਚ ਹੋਰ ਕੀ ਕਰ ਸਕਦੇ ਆ। ਕਰਨ ਨੂੰ ਕੀ ਕਿਹਾ ਉਹਨਾਂ ਨੇ, ਮੀਡੀਅਨ ਕਹੀਏ। ਮੀਡੀਅਨ ਦਾ ਇੱਕੋ ਤਰੀਕਾ ਹੈ ਭਾਈ, ਇੰਡੀਵਿਜੂਅਲ ਸੀਰੀਜ਼ ਹੈ ਜਾਂ ਅਨਗਰੁੱਪ ਡਾਟਾ ਹੈ। ਜਦ ਵੀ ਐਸਾ ਡਾਟਾ ਆਏਗਾ ਜਿਹਦੇ ਵਿੱਚ ਮੀਡੀਅਨ ਪੁੱਛੀ ਹੋਏਗੀ ਇੰਡੀਵਿਜੂਅਲ ਸੀਰੀਜ਼ ਦੀ, ਜਸਟ ਅਰੇਂਜ ਇਨ ਅ ਸੀਕੁਐਂਸ। ਠੀਕ ਹੈ, ਅਰੇਂਜ ਕੀਤਾ ਸੈਂਡਿੰਗ ਆਰਡਰ ਚ। ਅਰੇਂਜ ਕਰਨ ਤੋਂ ਬਾਅਦ ਕੈਲਕੂਲੇਸ਼ਨ ਕਰ ਲਓ। ਕੈਲਕੂਲੇਸ਼ਨ ਕਰਕੇ ਤੁਸੀਂ ਦੇਖੋ ਕਿ ਕਿਹੜੀ ਸੀਰੀਜ਼ ਆਉਂਦੀ ਹੈ, ਯੂ ਵਿਲ ਗੈਟ ਦ ਆਂਸਰ। ਸਿੰਪਲ ਹੈ। ठीक है। ओके। सो कैलकुलेट मीन हो जाएगा, कैलकुलेट मीडियन हो जाएगा। कहना डज दिस डाटा हैव मोड, यस मे बी। मोड ਦਾ ਮਤਲਬ ਹੁੰਦਾ ਹੈ ਕਿ ਜਿਹੜਾ ਡਾਟਾ ਦੇ ਵਿੱਚ ਨੰਬਰ ਆਫ ਫ੍ਰੀਕੁਐਂਸੀ ਰੈਪੀਟੇਟ ਕਰਦੀ ਹੈ, ਰਿਪੀਟੇਸ਼ਨ ਹੁੰਦੀ ਹੈ। देखो कि रेपिटेशन हो रही है। सो 34, ठीक है। 34 ਇੱਕ ਵਾਰੀ, 34 दो बारी, और फिर डाटा रिपीट करना 34। ठीक है। सो 34, 34 एक बारी है और है, देखो प्लीज चेक कर लो। हाँ सर 34 तो दो है। कोई और नंबर रिपीट कर रहे हैं, ये चेक करना होगा कि क्या कोई और नंबर भी है जो रिपीट कर रहे हैं। ठीक है। 34 तो हो गया, और कोई। हाँ हाँ, कोई रिपीट कर रहा है, देखिए चेक करिए। 51 लग रहा है मैनू शायद, या 62। 62 एक बारी आ पे आ। 62 आफ्टर दिस 34 दो बारी आ गया। ये कोई और ना है 32 ही मीन अपना मोड है। मोड के अंदर रिपीटेड फ्रीक्वेंसी। ठीक है। 62 देखो क्या ना, 62 कितने और पे है, या 51 कोई पे है कितने और। कोई कोई नंबर, आई एम नॉट सेइंग कि दिस टू, मुझे लगे जस्ट मैं अकॉर्डिंग बोलता हूँ। ठीक है। 62 34 तो हाई है शॉर्ट। सी और मेरे को डाटा दिख रहे होंगे। 16 7 260 34 ही दिख रहा था। बाकी उस देखो 20। हाँ जी। सो 34 को और दो बार रिपीट कर रहे हैं, और कोई देखो नंबर है रिपीट कर रहे हैं। चेक कर लो, कोई गल नहीं, नोट ले लो, बस गलत ना हो जाए। ठीक है। चेक कर सकते हो, फिर डाटा रिपीट कर रहे हैं। होपफुली नोट है ना। बस ठीक है। अगर नहीं करेगा 34 ही आंसर आएगा। जो कोई और तुम्हें रेपिटेशन नंबर दिख रहे हैं तो भी ना आ जाएगा।
ਬਾਈ ਮਾਡਲ ਸੀਰੀਜ਼ ਹੋ ਜਾਏਗੀ। ਦੋ ਤਰ੍ਹਾਂ ਦੀ ਹੁੰਦੀ ਹੈ ਨਾ, ਕਿ ਅਗਰ ਇੱਕ ਸਿੰਪਲ ਆਇਆ ਤਾਂ ਇੱਕ ਮੋਡ ਹੈ, ਅਗਰ ਦੋ ਜੋ ਇੱਕ ਤੋਂ ਵੱਧ ਰਿਪੀਟ ਕਰਦਾ ਹੈ ਤਾਂ ਬਾਈ ਮਾਡਲ ਹੋ ਜਾਏਗਾ। ਇਸ ਚੈੱਕ ਕਰ ਠੀਕ ਹੈ, ਗੱਲ ਸਮਝ ਆ ਗਈ ਅਲਟੀਮੇਟਲੀ ਓਕੇ। ਸੋ ਇਸ ਤਰੀਕੇ ਨਾਲ ਤੁਸੀਂ ਆंसर ਕਰ ਸਕਦੇ ਹੋ। ठीक है जी। सो कैलकुलेट मीन मीडियन फॉर दिस डाटा एंड हैव अ मॉड एक्सप्लेन करता है। डन हो गया। नेक्स्ट क्वेश्चन। हाँ जी, वेरी इंपॉर्टेंट, वेरी इजी, और ग्राफिकल डाटा के ऊपर दिता गया क्वेश्चन है। की क्वेश्चन है, कहता स्टडी द गिवन इन द फॉलोइंग मल्टीपल बार चार्ट देते हुए ने दैट शो द प्रोडक्शन एक्सपोर्ट एंड इंपोर्ट ओके ऑफ वेरियस कमोडिटी बाय द कंट्रीज एंड आंसर द क्वेरीज। ठीक है, मतलब ਆਪਾਂ ਨੂੰ ਕੀ ਦਿੱਤਾ ਗਿਆ, ਆਪਾਂ ਨੂੰ ਪ੍ਰੋਡਕਸ਼ਨ ਐਕਸਪੋਰਟ ਇੰਪੋਰਟ ਦਿੱਤਾ ਗਿਆ। ਜਿਵੇਂ ਜੂਟ ਦਾ ਪ੍ਰੋਡਕਸ਼ਨ ਕਿੰਨਾ ਹੋਇਆ, ਉਹਦੇ ਐਕਸਪੋਰਟ ਕਿੰਨਾ ਹੋਇਆ, ਉਹਦਾ ਇੰਪੋਰਟ ਕਿੰਨਾ ਹੋਇਆ ਦਿੱਤਾ ਗਿਆ। ਫਿਰ ਇਸ ਤਰ੍ਹਾਂ ਹੀ ਟੀ ਦਾ, ਕਾਫੀ ਦਾ, ਸ਼ੂਗਰ ਦਾ, ਕਾਟਨ ਦਾ ਦਿੱਤਾ ਗਿਆ ਆਪਾਂ ਨੂੰ। डिफरेंट डिफरेंट कैटेगरीज ਦੇ ਵਿੱਚ डाटा ਦਿੱਤਾ ਗਿਆ ਆਪਾਂ ਨੂੰ ਕਿ ਆਪਣੇ ਕੋਲ ਕਿਵੇਂ ਉਹਦੇ ਵੀ ਵੇਰੀਏਸ਼ਨ ਆ ਰਹੀਆਂ ਨੇ। ਠੀਕ ਹੈ, ਇਹ ਆਪਣੇ ਕੋਲ ਪ੍ਰੋਵਾਈਡਡ ਹੈ। ਓਕੇ ਜੀ, ठीक है। क्लास ਵਿੱਚ ਪੁੱਛਿਆ ਕੀ ਹੈ, ਕਿਵੇਂ ਹੈ, ਲੈਟਸ ਚੈੱਕ ਆਊਟ। चेक करो डाटा। हाँ जी, इस च अपने को दिता होया है ये 2000, अगर आप गल करिए बेटा 18 के पेपर क्वेश्चन आया हुआ था जो आप ऊपर किया है। ये भी क्वेश्चन 2018 पेपर आया कि अपने को डिफरेंट डाटा दिता हुआ 2018 का। ठीक है, लेट्स एक बार डील करते हैं इस क्वेश्चन नाल, फिर अगे बढ़ाते हैं। ओके जी, पूछा की गया पहला क्वेश्चन, कहता इन द केस विच कमोडिटी आर द रेशियो ऑफ प्रोडक्शन टू एक्सपोर्ट, प्रोडक्शन ते एक्सपोर्ट दी रेशियो हाईएस्ट है एंड विच इज लोएस्ट, गिव द वैल्यूज आल्सो। ओके, वेरी सिंपल। आप करना है, आप रेशियो लगानी है किस चीज दी, कमोडिटीज दी प्रोडक्शन टू एक्सपोर्ट। क्यों भाई, प्रोडक्शन टू एक्सपोर्ट की रेशियो आनी है। जिवे की अगर आप गल करिए प्रोडक्शन एक्सपोर्ट की रेशियो लावांगे तो उस अकॉर्डिंगली आप डिफरेंट डिफरेंट देखा। ठीक है, जिवे पहला जूट की गल कर लीए, अगर आप जूट की गल करिए, जूट की प्रोडक्शन कितनी हो रही है 240। ठीक है, एक्सपोर्ट कितना हो रहा है अगर आप देखिए अप्रोक्सीमेटली 120। ठीक है, रेशियो आ गई 2। सुनाया, दोबारा देख सकते हो, करिए क्लास। हाँ जी, इतने प्रोडक्शन कितनी हो रही है, जूट चाहिए, जूट की प्रोडक्शन हो रही है 240। ठीक है, और एक्सपोर्ट कितना हो रहा है अप्रोक्सीमेटली 120। ਤੇ P to E ਦੀ ਰੇਸ਼ੋ ਪੁੱਛੀ ਹੈ ਪ੍ਰੋਡਕਸ਼ਨ ਤੋਂ ਐਕਸਪੋਰਟ ਦੀ, ਇਹ ਆਨਸਰ ਆ ਗਿਆ 2। ਸੋ ਹੋਪਫੁਲੀ ਡਨ ਹੋਇਆ, ਕਲੀਅਰ। ठीक है, इस तरह सबका कटना है। ठीक है, ਹੁਣ मैं नंबर्स लिखे हुए हैं ऑलरेडी, मैं तो नंबर्स बोल देना है, प्लीज कर दे जाओ। जूट ਦਾ हो गया, टी ਦਾ ਇਹ ਬੇਟਾ ਇਹ ਨਾ ਜਿਹੜਾ ਗ੍ਰਾਫ ਹੈ ਥੋੜਾ ਜਿਹਾ ਇਸ ਤੇ ਗ੍ਰਾਫ ਆਇਆ ਇਸ ਤੋਂ ਐਵੇਂ ਕਲੀਅਰ ਨਹੀਂ ਹੋ ਪਾਏਗਾ ਕਿ ਨੰਬਰ ਕਿੰਨਾ ਜ਼ਿਆਦਾ ਕਿਵੇਂ ਲੈਣਾ ਹੈ। ਜੋ ਪੇਪਰ 'ਚ ਐਕਚੁਅਲ ਗ੍ਰਾਫ ਹੈ ਨਾ ਪੁੱਤ, ਉਹਦੇ ਵਿੱਚ ਉਹਨੇ ਨਾ ਐਵੇਂ ਵਿੱਚ ਲਾਈਨ ਦਿੱਤੀਆਂ ਹੁੰਦੀਆਂ ਨੇ, उन्होंने ना इस तरह करके लाइन दी हुई है। इस जो इसनू पीडीएफ फॉर्म्स कन्वर्ट कर रहे हो टेक्निकल टीम वाले, तो उन्होंने तो ना लाइन शायद मिस हो गया, अदरवाइज ये 150 और ये 160 लाइन है, और ये 170 180 190 200 इस तरह लाइंस ने। सो डोंट बॉदर कि पेपर जिस तरह होएगा, पेपर जिस तरह नहीं होएगा। ਉੱਥੇ ਤੁਹਾਨੂੰ ਜਿਵੇਂ ਗੈਪ 50 ਦਿੱਤਾ ਵਿੱਚ 5 ਲਾਈਨਾਂ ਹੋਣਗੀਆਂ ਪੁੱਤ, ਜਿਵੇਂ 1 2 ਐਮ ਲਾਈਨਾਂ ਵੱਧ ਹੋਣਗੀਆਂ ਤਾਂ ਜਿਸ ਲਾਈਨ ਤੇ ਆ ਰਿਹਾ ਹੋਏਗਾ ਉਹ ਕਰ ਲਾਂਗੇ। ਸੋ ਅਲਟੀਮੇਟਲੀ ਕੁਐਸਚਨ ਕਰਨਾ ਆਇਆ, क्वेश्चन है इन केस ऑफ विच कमोडिटी आर द रेशियो ऑफ प्रोडक्शन टू एक्सपोर्ट हायर एंड लोएस्ट। जिवें बेटा पहले जूट की कटांगे, फिर हमें टी दी, कॉफी दी, शुगर दी, कॉटन दी, आप रेशियो लगा लांगे, जिहड़ी वैल्यू आएगी आंसर आ जाएगा। हुण जिवें पहले मैं लिख रहा है, प्लीज मैं नाना लिख लो। जूट तो दस चुके हैं मैं वैसे 240, जस्ट अ सेकंड, 240 बाय 120 एम टी वास्ते लिख लो 170। देखो लिख भी रहा है बेटा ऑलरेडी 170 बाय टी का एक्सपोर्ट, टी का एक्सपोर्ट आ रहा है 90। ठीक है, एम आप टी का हो गया। देन कॉफी का लिख लेने हैं, कॉफी का आएगा अगर आप गल करें कॉफी, हाँ जी कॉफी का आ रहा है अप्रोक्सीमेट 80। ठीक है, कॉफी का 80 बाय 30। ठीक है, कॉफी का हो गया। देन शुगर का आएगा, शुगर का है ठीक है जी 220 बाय
120 लास्ट रह गया कॉटन का। कॉटन का आएगा, कॉटन आ रहा है बेटा अपने को 180 कॉटन का 180 बाय 120 यू विल गेट द आंसर। सो जेड़ा हाईएस्ट होएगा हाईएस्ट लग जाएगा, जेड़ा लोएस्ट आएगा लोएस्ट लग जाएगा, सिंपल। ठीक है। सो इन शॉर्ट कहने का मीनिंग क्या, अपने को इस तरीके का क्वेश्चन आ जाएगा। क्वेश्चन समझ आया? क्वेश्चन था क्या, सिंपली रेशियो लगानी है, किदी रेशियो लगानी है, कमोडिटीज दी प्रोडक्शन टू एक्सपोर्ट। रेशियो लगाती, सब तो वड्डी वैल्यू हाईएस्ट, छोटी वैल्यू लोएस्ट, वो दस देंगे, क्वेश्चन खत्म। सो यही पार्ट था पहला। पहला पार्ट समझ आ गया सबनू? ठीक है क्लास। दूजा के पूछे, इन द केस ओके विच कॉमोडिटी इज द हाईएस्ट परसेंट, हाईएस्ट परसेंट किस चीज का, ऑफ इट्स प्रोडक्शन एक्सपोर्टेड, मतलब जिन्ना प्रोड्यूस किया एक्सपोर्ट किया, highest percent of its production exported, give the percentage value also. Okay, now do one thing, की करांगे list। क्या पूछा, इन विच ऑफ द हाईएस्ट परसेंट ऑफ इट्स प्रोडक्शन एक्सपोर्टेड, कितनी प्रोडक्शन हुई हो रही, 240, कितना एक्सपोर्ट होया हो रही 120, तो कितना परसेंट आया 120 आउट ऑफ 240 इनटू 100। सेम बस उथे पी टू ई दी रेशो थी, इथे ई टू पी करके बाय 100 लगा देना, परसेंटेज आ जाएगा। सो सब लिख ही रहे 1 टू 50%, मतलब जिन्ना माल बनया ਉਹਦਾ 50% माल एक्सपोर्ट हो गया। ठीक है, बस इस तरह ही सबका कर देंगे सेम द्वारा। ਹੁਣ टी वास्ते टी आ गया, कितना एक्सपोर्ट हो रहा है 90, कितना प्रोडक्शन हुई टी दी 170, 90 बाय एक था बेटा जूट का, नाउ टी का 170 इंटू 100 आंसर। ठीक है, समझ आ गया हूँ चंगी तरह, बहुत बढ़िया तरीके से समझ आ गया, इस तरीके करना है। नाउ कॉफी वास्ते, कॉफी कितनी एक्सपोर्ट हुई 30, बनी कितनी 80। ठीक है, 30 बाय 80 इंटू 100 कॉफी का। कॉटन, कॉटन एक्सपोर्ट हुई 120, बनी कितनी 160, 120 बाय 160 इंटू 100। ठीक है, एम एल शुगर का, ते बाकी का करके आंसर आ चुका। ठीक है, क्वेश्चन समझ आ गया की है पक्का? गुड। नेक्स्ट कहना, बाय विच क्वांटिटी द एक्सपोर्ट ऑफ शुगर शुड बी इंक्रीज सो दैट, कहना बाय व्हाट which या what quantity the export of sugar should be increased so that the difference है between its production and export। sugar production 220, export 120, so that the difference between its production and export is 2.5 times the import। import कितना है, import है इधर, अगर आप गल करिए ग्राफ के अकॉर्डिंगली आ रहा है, हाँ जी, कहना एक्सपोर्ट ਜਿਹੜਾ है इधर, इंपोर्ट है अपने को 20 आउट, ठीक है, थोड़ा ग्राफिकल एरर है, बाकी कुछ नहीं। ठीक है, ओके। सो क्वेश्चन की था, क्वेश्चन ये है द डिफरेंस ਆਪਾਂ ਨੇ ਜਿਹੜਾ करना है एक्सपोर्ट ਤੇ इंपोर्ट ਦਾ, ਉਹ 2.5 ਟਾਈਮਸ ਹੋਣਾ ਚਾਹੀਦਾ ਹੈ ਕਿਹਦੇ, इंपोर्ट ਦੇ। ਠੀਕ ਹੈ, ਜਿਹੜਾ डिफरेंस है ਕਿਹਦੇ ਵਿੱਚ, एक्सपोर्ट ऑफ द शुगर शुड बी इंक्रीज सो दैट डिफरेंस बिटवीन प्रोडक्शन एंड एक्सपोर्ट, प्रोडक्शन कितनी हुई 220 ਦੀ, एक्सपोर्ट कितना होया 120 ਦਾ, ਇਹ डिफरेंस ਜਿਹੜਾ है ਇਹ ਇਹਦਾ 2.5 ਟਾਈਮ ਹੋਵੇ ਤਾਂ ਆਪਾਂ ਕਿੰਨਾ ਵਧਾਈਏ ਇਸ ਨੂੰ। क्वेश्चन ਇਹ ਦੁਬਾਰਾ ਸਮਝ ਜਰਾ ਨਾ ਸਮਝ, क्वेश्चन ਇਹ है देखो, प्रोडक्शन ਹੁੰਦੀ है, प्रोडक्शन ਹੁੰਦੀ है 220, एक्सपोर्ट ਹੁੰਦਾ है 120, इंपोर्ट है 20, जो एक्चुअल ग्राफ में 20 है ठीक है। 20 ਦਾ ਇਹਦਾ ਜਿਹੜਾ ਡਿਫਰੈਂਸ ਹੈ ਉਹ ਇਹਦਾ 2.5 ਟਾਈਮ ਹੋਵੇ, ਇੱਥੇ ਕਿੰਨਾ ਵਧਾਈਏ ਐਕਸਪੋਰਟ ਨੂੰ ਆਪਾਂ, क्वेश्चन ਹੈ ਸਾਡਾ क्वेश्चन ਕੀ ਹੈ, एक्सपोर्ट ਨੂੰ कितना इंक्रीज करिए सो दैट द डिफरेंस बिटवीन प्रोडक्शन एंड एक्सपोर्ट इज 2.5 टाइम द इंपोर्ट।
हाँ जी क्लास। सो क्वेश्चन था, प्रोडक्शन दी हुई है 220, एक्सपोर्ट दिता हुआ है 120, इधर ये डिफरेंस है वो 2.5 टाइम होना चाहिए था। इधर 100 है, 2.5 टाइम में लगा पहले था, 2.5 टाइम होएगा v इंटू 2.5, टेन हटाया, ठीक है, दो, एक दो, 50, डिफरेंस 50 होना चाहिए है, डिफरेंस 100 है। अगर मैंने 50 ऐड करता, अगर मैं 50 ऐड करता जगह जो 70, तो डिफरेंस आ जाएगा 2.5 टाइम, बस ठीक है। सो अल्टीमेटली क्या होगा, एक्सपोर्ट ਨੂੰ ਆਪਾਂ इंक्रीज करांगे बाय हाउ मच टाइम, एक्सपोर्ट इंक्रीज करांगे 50। अगर आप एक्सपोर्ट में 50 इंक्रीज करते हैं ਤਾਂ ਜਿਹੜਾ इंपोर्ट ਤੇ इंपोर्ट है ਜਿਹੜਾ ਉਹਦਾ 2.5 टाइम हो गया, इंपोर्ट ਦਾ 20, ਉਹਦਾ 2.5 टाइम कितना हो गया 50। ਤਾਂ डिफरेंस कितना होना चाहिए प्रोडक्शन ਤੇ एक्सपोर्ट ਦਾ 50, ਆਪਣੇ ਕੋਲ एक्सपोर्ट है कितना था ऑलरेडी 120, 120 50 प्लस करें 170, नाउ द डिफरेंस इज 50 which is 2.5 टाइम द इंपोर्ट। डन। सो दिस क्वेश्चन इज आल्सो सॉल्व। देखो प्लीज चेक करो, किसी डाउट है तब प्लीज बोलो, अदरवाइज आप आगे मूव करते हैं। ठीक है क्लास, ओके डन। नेक्स्ट क्वेश्चन, ਇਹ ਸੀਰੀਜ਼ ਕੰਟੀਨਿਊ रहेगी बेटा। ਇਹ ਕਲਾਸ ਤੁਹਾਨੂੰ ਅੱਜ YouTube ਤੇ ਜਿਹੜੇ ਲਾਈਵ ਦੇਖੋਗੇ ਮਿਲੇਗੀ, ਇਸ ਤੋਂ ਅੱਗੇ ਕੰਟੀਨਿਊ रहेगी सीरीज वाली। ठीक है, एक दो क्लास और थोड़ी होएगी तो जिस तरह थोड़ा बहुत अच्छी तरह कवर अप हो जाएगा। अगला क्वेश्चन देखते हैं वैसे क्या आया। अगला क्वेश्चन है, द मंथली सैलरी ऑफ पेड टू ऑल द एम्प्लॉय इन सर्टेन कंपनी वाज 6,000। 6,000 होगा बेटा, थोड़ा जा 620 चलो लाख चल देगा। जो क्वेश्चन देता है, द मंथली मीन मंथली सैलरी paid to all the employees in a certain company is 600, okay, the mean monthly salary paid to male and female employee were 620 मेल वास्ते, 520 फीमेल वास्ते। फाइंड द परसेंटेज ऑफ मेल टू फीमेल एम्प्लॉयज इन द कंपनी। और दसना की है मेल टू फीमेल एम्प्लॉय दी परसेंटेज। क्वेश्चन समझा पहला की है, मीन मंथली सैलरी मतलब बेसिकली गल हो रही है कंबाइंड मीन दी। अगर आप देखिए, द मीन monthly salary paid to all employee in a certain company 600, ठीक है। मीन मतलब कंबाइंड मीन आ गया, फॉर्मूला ਹੁੰਦਾ है। अगर आप गल करिए, पहला दसिया n1 x1 plus n2 x2 डिवाइड बाय n1 plus n2। n1 मेल मान लो, n2 फीमेल मान लो, ठीक है। एक मेल होगी एक फीमेल होगी तो रेशियो दी है, कंबाइंड दिता है ਆਪਾਂ ਨੂੰ 600। n1 मेल मान लो, बस m, कोई गल नहीं, x1 620, n2 फीमेल मान लो f, x2 520, सर थल्ले मेल प्लस फीमेल, सिंपल। आई क्या, इधर ले लो 600 मेल प्लस फीमेल, 620 मेल, 520 फीमेल। क्वेश्चन सुना कि चलिया, उन्होंने कहा था भी जी मेल ते फीमेल दी मंथली मीन सैलरी है वो कितनी है 600। इट इज नंबर ऑफ मेल, एम, एम नंबर ही है, मेल का नंबर है, ये तुम एक्स ले लो यार, नंबर ऑफ मेल, ठीक है। 620 मेल्स की मंथली सैलरी मतलब x1, एफ नंबर ऑफ फीमेल्स, x2 देता है 520, क्वेश्चन दूसरे ध्यान देखा देता है नंबर ऑफ मेल नंबर ऑफ फीमेल, इधर ले गए आप नाउ 600 मेल, 600 मेल नहीं बेसिकली नंबर है, मैं बस बोलना चाह गया 600 फीमेल, 620 एम प्लस 520 फीमेल। 620 जो 600 गया फीमेल, 600 फीमेल जो 520 माइनस होता 80 फीमेल, जीरो नाल जीरो कट 1 से 4, ਤੇ रेशो आ गई मेल फीमेल दी 4:1, और मेल रखा फीमेल थले 1 हो रहे, ਤੇ रेशो आ गई। पूछा क्या परसेंटेज की दी, मेल दी टू द फीमेल, ठीक है। मेल फीमेल की रेशो पूछी है, जे देखिए कितनी रेशो होगी टोटल 5 × 100
80% मेल, 20% फीमेल होगी। ठीक है, ये नोट करो डाटा। का इजी है, बहुत इजी है बेटा, बस प्रैक्टिस कर लो। ठीक है, ऐसी क्वेश्चन आए हुए प्रीवियस ईयर क्वेश्चन नहीं बच्चों। ठीक है, देखो ऑफलाइन मेरी गलतियां ना समझो। अगर तुम बड़ा फोकस ना चलते हो तो मेरे ख्याल में कुछ यही गेम नहीं है। गेम ही सारी कंसिस्टेंसी दी थी कि हाँ कंसिस्टेंसी से प्रैक्टिस करते आ रहे हो, और जिन्हें कंसेप्ट आए ने अगर आप वो देख लिए तो कुछ भी नहीं है, यही कंसेप्ट ने। हाँ एक क्लास बेटा और लगूगी इससे, फिर आप फोकस करेंगे और ज्यादा। ठीक है, हाँ जी। सो ये पहला पार्ट था, 10 पार्ट। आओ अगला पार्ट, द मीन स्टैंड डेविएशन। मीन मतलब एक्स बार, स्टैंड डेविएशन मतलब सिग्मा ऑफ द मार्क्स ऑफ 50। एंड वन देता है 50 स्टूडेंट्स वर, मीन आ गया 40, स्टैंड डेविएशन आ गई 10, नंबर आ गया 50। ठीक है, on the valid complaints of cheating in the examination, the controller of examination decide to deduct 10 marks from the marks of each student। Okay, cheating ਹੋਈ ਤਾਂ ਕਹਿੰਦਾ ਵੀ 10 ਮਾਰਕਸ ਦੇੜਾਉਂਗਾ ਮੈਂ, ਐਗਜ਼ਾਮੀਨਰ ਕਹਿੰਦਾ find the revised mean and standard deviation of the marks of all 50 student। Okay, revised mean ਕੱਢਣਾ ਪਏਗਾ ਆਪਾਂ ਨੂੰ। ਤਾਂ ਆਪਣੇ ਕੋਲ mean ਦਿੱਤਾ ਹੋਇਆ ਆਲਰੇਡੀ ਕਿੰਨਾ, mean ਦਿੱਤਾ ਹੋਇਆ ਆਪਾਂ ਨੂੰ 50, ਸੌਰੀ 40, ਨੰਬਰ ਸਟੂਡੈਂਟ 50 ਤੇ ਸਟੈਂਡਰਡ ਡੇਵੀਏਸ਼ਨ 10। ਹੁਣ ਕੁਐਸਚਨ ਇਹ ਆ ਕਿ ਆਪਾਂ ਨੇ ਦੱਸਣਾ ਰਿਵਾਈਜ਼ਡ ਮੀਨ ਤੇ ਰਿਵਾਈਜ਼ਡ ਸਟੈਂਡਰਡ ਡੇਵੀਏਸ਼ਨ। ਇੱਕ ਪ੍ਰੋਪਰਟੀ ਹੁੰਦੀ ਹੈ ਕਿ ਅਗਰ ਆਪਾਂ ਹਰ ਨੰਬਰ ਦੇ ਵਿੱਚ ਕੁਝ ਇੰਕਰੀਜ਼ ਕਰਦੇ ਆ, ਜਿਵੇਂ ਕਿ 10 ਇੰਕਰੀਜ਼ ਕੀਤਾ ਤਾਂ ਮੀਨ 10 ਵੱਧ ਜਾਏਗਾ, ਡਿਕਰੀਜ਼ ਕਰਾਂਗੇ ਮੀਨ 10 ਡਿਕਰੀਜ਼ ਹੋ ਜਾਏਗਾ। ਸੇਮ ਸਟੈਂਡਰਡ ਡੇਵੀਏਸ਼ਨ ਇੱਕ ਪ੍ਰੋਪਰਟੀ ਹੁੰਦੀ ਹੈ ਬੇਟਾ ਕਿ ਇਫ ਯੂ ਇੰਕਰੀਜ਼ ਦਾ ਈਚ ਨੰਬਰ then mean will also increase, if you decrease the each number then mean will also decrease, same with the standard deviation। ਸੋ ਬਟ ਆਪਾਂ ਨੂੰ ਇੱਥੇ ਆਪਾਂ ਐਮਸੀਕਿਊ ਤਾਂ ਕਰ ਨਹੀਂ ਰਹੇ ਹਾਂ, ਜੇ ਐਮਸੀਕਿਊ ਕਰ ਰਹੇ ਹੁੰਦੇ ਫਿਰ ਤਾਂ ਕਿੰਨਾ 40 ਮੀਨ ਹੈ। ਠੀਕ ਹੈ, 10 ਘਟਾਇਆ 30 ਆ ਜਾਏਗਾ, ਬਟ ਵੀ ਹੈਵ ਟੂ ਸ਼ੋ ਪ੍ਰੈਕਟੀਕਲੀ। ਠੀਕ ਹੈ, ਮਤਲਬ ਉੱਥੇ ਆਪਾਂ ਨੰਬਰਸ ਦੇਣਾ ਪਏਗਾ, ਮਤਲਬ ਆਪਾਂ ਨੂੰ ਸ਼ੋ ਕਰਨਾ ਪਏਗਾ ਕਿ ਆਪਾਂ ਇਹ ਕਿਸ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ। ਸੋ ਲੈਟਸ ਸੀ, ਦੇਖੋ ਧਿਆਨ ਦੇਣਾ, ਮੀਨ ਦਾ ਫਾਰਮੂਲਾ ਸਮ ਬਾय नंबर, कितना मीन 40, सम पता नहीं, सम मतलब बेसिकली एक्स आई, समेशन एक्स आई ने बोलते हैं आप, समेशन एक्स आई नंबर कितना 50, तो समेशन एक्स आई आ गया 40 इंटू 50 विच इज 2000। कितने मार्क्स डिडक्ट हुए 10, कितने स्टूडेंट्स थे 50। ठीक है, ये तो आगे हो गया, ये तो मैं न्यू मीन कट रहा है, न्यू सम। ठीक है, न्यू सम कट रहे हैं, तो 2000 माइनस 500 कितना आ गया 1500। होपफुली डन हुई गल, पक्का। तो नवा मीन क्या आएगा, बस नवा मीन व्हाट, नवा मीन 1500 बाय 50, आई ऑलरेडी टोल्ड यू प्रॉपर्टी 30, 10 घट जाएगा। ठीक है, 10 घट जाएगा, स्टैंडर्ड डेविएशन अनचेंज, तो यही लिखोगे थे बाय प्रॉपर्टी कि जो स्टैंडर्ड डेविएशन है अगर इफ ईच नंबर इज डिडक्ट बाय 10 देन स्टैंडर्ड डेविएशन रिमेन सेम, बिकॉज जो चेंज आया सब चाहे तो डेविएशन सेम आएगी। सो इन दिस वे यू विल गिव द आंसर। तो होपफुली डन हो गया। ठीक क्लास, सो ਅੱਜ ਦਾ ਲੈਕਚਰ ਇੱਥੇ ਰੋਕਦੇ ਹਾਂ। ਫਿਰ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ, ਬਹੁਤ ਅੱਛੇ ਤਰੀਕੇ ਨਾਲ ਸਮਝ ਆਇਆ ਹੋਊਗਾ। ਪੀਵਾਈਕਿਊ ਕਲਾਸ ਹੈ, ਕੰਟੀਨਿਊ ਰਹੇਗੀ। ਇੱਕ ਕਲਾਸ ਤੁਹਾਨੂੰ ਇਸ ਲਈ ਹੋਰ ਮਿਲੂਗੀ ਜਿੱਥੇ ਆਪਾਂ ਹੋਰ ਕੁਐਸਚਨ ਡਿਸਕਸ ਕਰਾਂਗੇ, ਲਾਈਕ ਵੀ ਹੈਵ ਸਮ ਕੁਐਸਚਨਸ, ਤੁਸੀਂ ਦੇਖ ਸਕਦੇ ਹੋ ਇਹ ਕੁਐਸਚਨਸ ਤੁਹਾਡੇ ਰਹਿੰਦੇ ਨੇ ਹਾਲੇ, ਵੀ ਵਿਲ ਡਿਸਕਸ ਆਲ ਇਨ ਡਿਟੇਲ। ਠੀਕ ਹੈ, ਸੋ ਥੀਸ ਆਰ ਆਲ ਦ ਪੀਵਾਈਕਿਊਜ਼ that we will discuss in the next class। so तब तक tuned रहो किस दिन launch pad IES day series। thank you all for today। okay, we will meet in the next class and solve the other questions। okay class।